Legacy specializes in wills, trusts and estate planning. We have a highly qualified team of solicitors and tax accountants with over 40 years of professional experience. A member of the Legacy team will visit you in the comfort of your home and provide you with a free will and trust report prepared by our legal and tax specialists. For your free Legacy will report and to work with honest and fully compliant professionals, providing you and your family peace of mind for generations to come, then call Legacy now on 08 455 96 96 96. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥਾ ਸ਼ਹੀਦਾਂ ਵੱਲੋਂ ਦੂਜਾ ਮਹਾਨ ਸ਼ਹੀਦੀ ਸਮਾਗਮ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਲੁੱਟ ਦੀ ਸਮੂਹ ਸਾਧ ਸੰਗਤ ਵੱਲੋਂ 26 ਜੁਲਾਈ ਦਿਨ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾ ਰਹੀ ਹੈ। 27 ਜੁਲਾਈ ਦਿਨ ਸ਼ਨੀਵਾਰ ਇੱਕ ਦਿਨ ਦਾ ਸਿੱਖੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਤੌਰ ਤੇ ਗੱਤਕਾ ਅਤੇ ਤੀਰ ਅੰਦਾਜ਼ੀ ਅਤੇ ਹੋਰ ਐਕਟੀਵਿਟੀਜ਼ ਕਰਾਈਆਂ ਜਾਣਗੀਆਂ। 28 ਜੁਲਾਈ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ 11 ਵਜੇ ਤੋਂ ਕਥਾ, ਕੀਰਤਨ, ਢਾਡੀ ਵਾਰਾਂ, ਕਵਿਸ਼ ਦਰਬਾਰ ਅਤੇ ਪੰਥਕ ਕਾਨਫਰੰਸ, ਜਿਸ ਵਿੱਚ ਸਿੱਖੀ ਨਾਲ ਜੁੜੇ ਪ੍ਰੋਜੈਕਟ ਲਾਂਚ ਕੀਤੇ ਜਾਣਗੇ। ਸਮੂਹ ਯੂਰਪ ਅਤੇ UK ਦੀਆਂ ਸੰਗਤਾਂ ਨੂੰ ਗੁਰੂ ਨਾਨਕ ਗੁਰਦੁਆਰਾ ਲੁਟਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸਾਧ ਸੰਗਤ ਜੀ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਬੇਗਮਪੁਰਾ ਵਿੱਚ ਹਾਰਦਿਕ ਸਵਾਗਤ ਹੈ। ਮੈਂ ਆਪ ਜੀ ਦਾ ਵੀਰ CS ਗੁਰੂ ਪ੍ਰੋਗਰਾਮ ਬੇਗਮਪੁਰਾ ਲੈ ਕੇ ਆਪ ਜੀ ਦੀ ਸੇਵਾ ਵਿੱਚ ਅੱਜ ਫਿਰ ਹਾਜ਼ਰ ਹੋਇਆ ਹਾਂ। ਮੇਰੇ ਦਰਸ਼ਕੋ, ਇਹ ਪ੍ਰੋਗਰਾਮ ਜਿਹੜਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਤੇ ਆਧਾਰਿਤ, ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸੰਕਲਪ ਤੇ ਆਧਾਰਿਤ, ਸ਼੍ਰੀ ਗੁਰੂ ਰਵਿਦਾਸ ਸਭਾ UK ਯੂਰਪ ਤੇ ਅਬਰਾਡ ਵੱਲੋਂ ਸਪਾਂਸਰ ਕੀਤਾ ਗਿਆ ਤੇ ਪ੍ਰੈਜ਼ੈਂਟ ਕੀਤਾ ਗਿਆ ਇਹ ਪ੍ਰੋਗਰਾਮ, ਜਿਸ ਨੂੰ ਤੁਸੀਂ ਪਿਛਲੇ 2 ਪ੍ਰੋਗਰਾਮਾਂ ਵਿੱਚ ਬਹੁਤ ਪਿਆਰ, ਸਤਿਕਾਰ ਤੇ ਮਾਣ ਬਖਸ਼ਿਆ ਹੈ। ਅੱਜ ਫਿਰ ਉਸੇ ਤਵੱਕੋ ਨਾਲ ਆਪ ਜੀ ਦੀ ਸੇਵਾ ਵਿੱਚ ਅੱਜ ਫਿਰ ਹਾਜ਼ਰ ਹੋਏ ਹਾਂ। ਮੇਰੇ ਦਰਸ਼ਕੋ, ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਕਿਤੇ ਵੀ ਅਸੀਂ ਕੁਝ ਕਰਨ ਤੋਂ ਪਹਿਲਾਂ ਅਸੀਂ ਉੱਕ ਜਾਈਏ, ਉੱਥੇ ਅਰਦਾਸ ਕਰਨੀ ਬਣਦੀ ਹੈ। ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ। ਤੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਫਰਮਾਨ ਹੈ, ਬੇਗਮਪੁਰ ਦੇ ਪ੍ਰਥਾਏ ऐसा चाहूँ राज में जहाँ मिले सबन को अन्न, छोटे बड़े सब सम बसे रविदास रहे प्रसन्न। सारी दी सारी गुरबाणी, सारियां दी सारियां जोतां इक्को ही गल ते हमेशा शाख भरदियां आईयां ने कि असी एक इहो जिहा समाज बनाउणा है, एक इहो जिहा समाज नूं ਅਸੀਂ ਸਿਰਜਣਾ ਕਰਨਾ ਹੈ, ਜਿਹਦੇ ਵਿੱਚ ਕੋਈ ਕਿਸੇ ਨੂੰ ਡਰ ਨਾ ਹੋਵੇ,
ਕੋਈ ਕਿਸੇ ਨੂੰ ਭੈ ਨਾ ਹੋਵੇ, ਕੋਈ ਕਿਸੇ ਦੇ ਅਧੀਨ ਨਾ ਹੋਵੇ, ਕੋਈ ਗਰੀਬ ਨਾ ਹੋਵੇ, ਕੋਈ ਛੋਟਾ ਨਾ ਹੋਵੇ, ਕੋਈ ਬੜਾ ਨਾ ਹੋਵੇ। ਇਹੀ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਹੈ, ਇਹੀ ਗੁਰਬਾਣੀ ਦਾ ਫਰਮਾਨ ਹੈ, ਇਹੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਬੇਗਮਪੁਰੇ ਦਾ ਸੰਕਲਪ ਹੈ। ਮੇਰੇ ਦਰਸ਼ਕੋ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਭਾਈ ਸਾਹਿਬ ਤੁਲਸੀਦਾਸ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ। ਉਹਨਾਂ ਦੇ ਧਰਮ ਦੇ ਭਰਾ ਭਾਈ ਸਾਹਿਬ ਜੋਰਾਵਰ ਸਿੰਘ ਜੀ ਰਾਏ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਹੈ। ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਭਾਈ ਤੁਲਸੀਦਾਸ ਜੀ ਦੀ ਰੂਹ ਨੂੰ ਸ਼ਾਂਤੀ ਮਿਲੇ, ਔਰ ਜਿੰਨੇ ਵੀ ਸਾਤੋਂ ਵਿਛੜ ਗਏ ਨੇ ਸਾਡੇ ਭਰਾ ਭੈਣਾਂ, ਉਹ ਸਾਰਿਆਂ ਨੂੰ ਸੱਚੇ ਪਾਤਸ਼ਾਹ ਆਪਣੇ ਕਦਮਾਂ ਦੇ ਵਿੱਚ ਜਗ੍ਹਾ ਦੇਵੇ, ਔਰ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਉਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਇਸ ਹੀ ਅਰਦਾਸ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਗੱਲ ਮੇਰੇ ਦਰਸ਼ਕੋ, ਆਪਣੇ ਦਰਸ਼ਕਾਂ ਨੂੰ, ਆਪਣੇ ਮਹਿਮਾਨਾਂ ਦੇ ਰੂਬਰੂ ਇੱਕ ਦੂਸਰੇ ਦੇ ਨਾਲ ਇੱਕ ਪਿਆਰ ਦੀ ਸਾਂਝ ਵਧਾਉਣ ਵਾਸਤੇ, ਭਾਵੇਂ ਤੁਸੀਂ ਮੇਰੇ ਸਾਰੇ ਜਿੰਨੇ ਵੀ ਮਹਿਮਾਨ ਨੇ ਉਹਨਾਂ ਨੂੰ ਬਹੁਤ ਪਹਿਲਾਂ ਕਈ ਵਾਰ ਮਿਲ ਚੁੱਕੇ ਹੋ, ਪਰ ਮੇਰਾ ਇਹ ਫਰਜ਼ ਬਣਦਾ ਹੈ, ਜਿਨ੍ਹਾਂ ਮੇਰੇ ਭੈਣਾਂ ਭਰਾਵਾਂ ਨੇ ਹੁਣੇ ਟੈਲੀਵਿਜ਼ਨ ਔਨ ਕੀਤਾ ਹੈ, ਉਹਨਾਂ ਨੂੰ ਮੈਂ ਆਪਣੇ ਵੀਰਾਂ ਦੇ ਨਾਲ, ਆਪਣੇ ਮਹਿਮਾਨਾਂ ਦੇ ਨਾਲ ਮਿਲਾਉਂਦਾ ਜਾਵਾਂ। ਜੇ ਮੈਂ ਗੱਲ ਆਪਣੇ ਖੱਬੇ ਪਾਸੇ ਤੋਂ ਸ਼ੁਰੂ ਕਰਾਂ ਤੇ ਮੇਰੇ ਖੱਬੇ ਪਾਸੇ ਭਗਵਾਨ ਦਾਸ ਜੀ ਬੱਦਣ, ਜਿਨ੍ਹਾਂ ਨੇ ਇੱਕ ਲੰਬਾ ਅਰਸਾ ਸ਼੍ਰੀ ਗੁਰੂ ਰਵਿਦਾਸ ਸਾਹਿਬ UK, ਯੂਰਪ ਤੇ ਅਬਰੋਡ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਦੇ ਉੱਤੇ ਰਹਿ ਕੇ ਕੰਮ ਨੂੰ ਅੱਗੇ ਜ਼ਿੰਮੇਵਾਰੀਆਂ ਨਿਭਾਈਆਂ ਨੇ। ਕੌਮ ਦੇ ਲਈ ਸਮੁੱਚੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਸਤੇ ਬੜਾ ਉਦਮ ਉਪਰਾਲੇ ਕੀਤੇ ਨੇ। ਵੱਖ-ਵੱਖ ਲੋਕਲ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਨੇ, ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ। ਸੋ ਬੱਦਨ ਸਾਹਿਬ, ਆਪ ਜੀ ਨੂੰ ਜੀ ਆਇਆਂ, ਆਪ ਜੀ ਨੇ ਸਮਾਂ ਕੱਢਿਆ, ਆਪ ਜੀ ਨੂੰ ਬਹੁਤ-ਬਹੁਤ ਧੰਨਵਾਦ ਸੰਗਤ TV ਵੱਲੋਂ, ਮੇਰੇ ਵੱਲੋਂ ਤੇ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਦੇ ਸਾਰੇ ਆਫਿਸ ਬੇਰਰ ਵੱਲੋਂ ਤੇ ਪ੍ਰਧਾਨ ਸਾਹਿਬ ਤਰਸੇਮ ਲਾਲ ਜੀ ਬਾਲੂ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ। ਤੇ ਜੇ ਮੇਰੇ ਦਰਸ਼ਕੋ ਮੈਂ ਗੱਲ ਆਪਣੇ ਸੱਜੇ ਪਾਸੇ ਦੀ ਕਰਾਂ ਤੇ ਭਾਈ ਸਾਹਿਬ ਰਾਮ ਕਿਸ਼ਨ ਜੀ ਮੈਮੀ, ਜਿਹੜੇ ਕਿ ਇਸ ਵੇਲੇ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਦੇ ਵਿੱਚ ਵੈਲਫੇਅਰ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ। ਅਤੇ ਜੇ ਅਸੀਂ ਲੋਕਲ ਗੁਰੂ ਘਰ ਦੀ ਗੱਲ ਕਰੀਏ ਤਾਂ ਉਹ ਡਾਰਲਸਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ। ਇੱਕ ਲੰਬੇ ਅਰਸੇ ਤੋਂ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਦੇ ਨਾਲ ਆਪਣਾ ਉਹ ਸੰਬੰਧ ਬਣਾਇਆ ਹੋਇਆ ਹੈ ਜਿਹੜਾ ਕਿ ਅਸੀਂ ਆਪਣੇ ਪਰਿਵਾਰ ਨਾਲ ਬਣਾਈ ਰੱਖਦੇ ਹਾਂ। ਉਹਨਾਂ ਨੇ ਬਹੁਤ ਅਰਸਾ ਵੱਖ-ਵੱਖ ਸਭਾਵਾਂ 'ਚ, ਵੱਖ-ਵੱਖ ਅਹੁਦਿਆਂ 'ਤੇ, ਵੱਖ-ਵੱਖ ਜਥੇਬੰਦੀਆਂ 'ਚ, ਅਤੇ ਹੁਣ ਵੀ ਉਹ ਲਗਾਤਾਰ ਆਪਣੀਆਂ ਸੇਵਾਵਾਂ ਨੂੰ ਨਿਭਾਉਂਦੇ ਆ ਰਹੇ ਨੇ। ਮੈਮੀ ਸਾਹਿਬ, ਆਪ ਜੀ ਨੂੰ ਜੀ ਆਇਆਂ। ਆਪ ਸਟੂਡੀਓ 'ਚ ਆਏ ਹੋ, ਪ੍ਰੋਗਰਾਮ ਬੇਗਮਪੁਰਾ ਵਿੱਚ ਆਏ ਹੋ। ਸ਼੍ਰੀ ਗੁਰੂ ਰਵਿਦਾਸ ਸਭਾ UK ਵੱਲੋਂ, ਮੇਰੇ ਵੱਲੋਂ, ਸੰਗਤ TV ਦੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਜੀ ਆਇਆਂ। ਧੰਨਵਾਦ। ਜੈ ਗੁਰਦੇਵ ਜੀ। ਇੱਕ ਸ਼ਖਸੀਅਤ ਜਿਹਨੂੰ ਤੁਸੀਂ ਬਹੁਤ ਵਾਰੀ ਮੇਰੇ ਪ੍ਰੋਗਰਾਮ 'ਚ ਦੇਖਦੇ ਆਏ ਹੋ, ਭਾਈ ਸਾਹਿਬ ਮਹਿੰਦਰਪਾਲ ਸਿੰਘ ਜੀ ਲੈਸਟਰ ਤੋਂ, ਜਿਨ੍ਹਾਂ ਨੇ ਚਾਹੇ ਗੁਰਪੁਰਬਾਂ ਦੇ ਪ੍ਰੋਗਰਾਮ ਹੋਣ, ਚਾਹੇ ਧਾਰਮਿਕ ਕੋਈ ਵੀ ਪ੍ਰੋਗਰਾਮ ਹੋਵੇ, ਚਾਹੇ ਕੋਈ ਡਿਸਕਸ਼ਨ ਹੋਵੇ, ਚਾਹੇ ਸਮਾਜਿਕ ਸੇਵਾ ਦੀ ਗੱਲ ਹੋਵੇ ਤਾਂ ਚਾਹੇ ਧਾਰਮਿਕ ਸੇਵਾ ਦੀ ਗੱਲ ਹੋਵੇ, ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਔਰ ਉਹ ਅੱਜ ਇਸ ਪ੍ਰੋਗਰਾਮ ਵਿੱਚ ਸ਼ਰੀਕ ਹੋਣ ਆਏ ਨੇ, ਔਰ ਉਹਨਾਂ ਨੂੰ ਮੇਰਾ ਜੀ ਆਇਆਂ ਕਹਿਣਾ ਬਣਦਾ ਹੈ। ਭਾਈ ਸਾਹਿਬ ਮਹਿੰਦਰਪਾਲ ਜੀ, ਆਪ ਜੀ ਨੂੰ ਜੀ ਆਇਆਂ। ਆਪ ਜੀ ਨੇ ਸਮਾਂ ਕੱਢਿਆ। ਸਮੁੱਚੀ ਟੀਮ ਵੱਲੋਂ, ਮੇਰੇ ਵੱਲੋਂ ਤੇ ਸ਼੍ਰੀ ਗੁਰੂ ਰਵਿਦਾਸ ਸਭਾ UK ਵੱਲੋਂ ਆਪ ਜੀ ਨੂੰ ਜੀ ਆਇਆਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਦਰਸ਼ਕੋ, ਜਿੱਥੇ ਸਮੁੱਚੇ ਤੌਰ 'ਤੇ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਦੀ ਸਮੁੱਚੀ ਟੀਮ ਤੇ ਪ੍ਰਧਾਨ ਸਾਹਿਬ ਬਾਲੂ ਜੀ ਵੱਲੋਂ ਤੇ ਵਾਈਸ ਪ੍ਰਧਾਨ ਬਾਗਾ ਜੀ ਤੇ ਹੋਰ ਸਮੁੱਚੇ ਅਹੁਦੇਦਾਰਾਂ ਵੱਲੋਂ ਸਾਡੇ ਸਾਰੇ ਮਹਿਮਾਨਾਂ ਦਾ ਹਾਰਦਿਕ ਸਵਾਗਤ ਹੈ। ਤੇ ਆਪਾਂ ਗੱਲ ਅੱਜ ਕਰਦੇ ਹਾਂ ਮੈਮੀ ਜੀ ਤੋਂ ਸ਼ੁਰੂ ਕਰਦੇ ਹਾਂ, ਜਿਹੜੇ ਕੌਮ ਦੇ ਬਹੁਤ ਵੱਡੇ ਵਿਦਵਾਨ ਵੀ ਨੇ ਔਰ ਜਿਨ੍ਹਾਂ ਨੇ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਕਦੇ ਛੱਡੀ, ਹਰ ਵੇਲੇ ਤਤਪਰ ਰਹਿੰਦੇ ਨੇ, ਨਿਰੰਤਰ ਸੇਵਾ ਕਰਦੇ ਆ ਰਹੇ ਨੇ। ਮੈਮੀ ਜੀ,
ਆਪ ਜੀ ਨੂੰ ਇਹ ਬੜੀ ਖੁਸ਼ੀ ਹੋਵੇਗੀ ਇਸ ਪ੍ਰੋਗਰਾਮ ਨੂੰ ਸੁਣ ਕੇ ਕਿ ਇਹ ਪ੍ਰੋਗਰਾਮ ਜਿਹੜਾ ਆ ਬਿਲਕੁਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੈ। ਉਹ ਵਿਚਾਰਧਾਰਾ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਜਿਹਦੇ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦੇ ਬੇਗਮਪੁਰੇ ਦੇ ਸੰਕਲਪ ਦੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਨੂੰ ਲੈ ਕੇ ਇੱਕ ਸਮਾਜ ਵਿੱਚ ਭਾਈਚਾਰਕ ਸਾਂਝ ਵਧਾਉਣ ਵਾਸਤੇ ਇਹ ਪ੍ਰੋਗਰਾਮ ਚਲਾਇਆ ਗਿਆ ਹੈ। ਤੁਸੀਂ ਇਸ ਪ੍ਰੋਗਰਾਮ ਦੇ ਨਾਂ ਨੂੰ ਜਦੋਂ ਰੱਖਿਆ, ਨਾਂ ਤੋਂ ਤੁਸੀਂ ਦੇਖਦੇ ਹੋ ਕਿ ਬੇਗਮਪੁਰਾ, ਤੁਸੀਂ ਇਸ ਨਾਂ ਦੇ ਬਾਰੇ ਪਹਿਲਾਂ ਤਾਂ ਦੱਸੋ, ਜਿਹੜੀ ਗੁਰਬਾਣੀ ਨੂੰ ਆਧਾਰ ਬਣਾ ਕੇ, ਕਿਉਂਕਿ ਸਾਡਾ ਜੀਵਨ ਦਾ ਇੱਕ ਆਧਾਰ ਜਿਹੜਾ ਸਭ ਤੋਂ ਮਹੱਤਵਪੂਰਨ ਅੰਗ ਹੈ ਉਹ ਹੈ ਧਾਰਮਿਕ, ਤੇ ਧਾਰਮਿਕ ਤੌਰ ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੁਰੂ ਜੀ, ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਸ਼੍ਰੀ ਗੁਰਦਾਸ ਕਲਚਰ ਐਸੋਸੀਏਸ਼ਨ ਡਾਲਸਨ ਵੱਲੋਂ, ਜੋ ਸ਼੍ਰੀ ਗੁਰਦਾਸ ਵਜ UK, ਯੂਰਪ ਅਤੇ ਅਬਰੋਡ ਨੇ ਇੱਕ ਬਹੁਤ ਹੀ ਮਹੱਤਵਪੂਰਨ, ਇੱਕ ਇਤਿਹਾਸਿਕ, ਇਸ ਸਾਲ ਦੀ 8 ਜੁਲਾਈ ਦਿਨ ਸੋਮਵਾਰ ਨੂੰ ਜੋ ਇਹ ਸਮਾਗਮ ਆਰੰਭ ਕੀਤਾ, ਇਹ ਬਹੁਤ ਸ਼ਲਾਘਾਯੋਗ ਹੈ ਅਤੇ ਬਹੁਤ ਹੀ ਇਤਿਹਾਸਿਕ ਇਹ ਦਿਨ ਸੀ। ਔਰ ਇਸ ਦਿਨ ਤੇ ਦਾਸ ਆਪਣੇ ਵੱਲੋਂ ਸੰਸਾਰ ਦੀ ਸਮੁੱਚੀ ਰਵਿਦਾਸੀਆ ਕੌਮ ਨੂੰ, ਸਾਰੀ ਸੰਗਤ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀ ਹੋਈ ਹੈ, ਸੰਗਤ ਟੀਵੀ ਦੇ ਸਰੋਤਿਆਂ ਨੂੰ, ਆਪ ਜੀ ਨੂੰ ਅਤੇ ਸੰਗਤ ਦੇ ਟੀਵੀ ਦੇ ਸਾਰੇ ਸਟਾਫ ਨੂੰ ਲੱਖ ਲੱਖ ਵਧਾਈ ਅਰਪਣ ਕਰਦਾ ਹੈ ਅਤੇ ਸਾਰਿਆਂ ਨੂੰ ਬਹੁਤ ਬਹੁਤ ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਗੁਰੂ ਜੀ, ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਦੀ ਜੋ ਸੋਚ ਸੀ, ਇੱਕ ਬਹੁਤ ਇਨਕਲਾਬੀ ਸੋਚ ਸੀ, ਇੱਕ ਬਹੁਤ ਵੱਡੀ ਕ੍ਰਾਂਤੀਕਾਰੀ ਸੋਚ ਸੀ ਅਤੇ ਉਹ ਭਗਤੀ ਲਹਿਰ ਦੇ ਵਿੱਚ ਉਸ ਸਮੇਂ ਉਹ ਮਹਾਨ ਸ਼੍ਰੋਮਣੀ ਸੰਤ ਸਨ। ਉਹਨਾਂ ਨੇ ਜੋ ਬੇਗਮਪੁਰੇ ਦਾ ਸੰਕਲਪ ਸੀ, ਇਹ ਉਸ ਪ੍ਰਮਾਤਮਾ ਦੀ ਆਰਾਧਨਾ ਕਰਕੇ, ਕੋਈ ਸਤਿਗੁਰੂ ਫਰਮਾਉਂਦੇ ਨੇ, ਪੂਰਾ ਪ੍ਰਭੂ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਬਿਲਕੁਲ ਬੇਗਮਪੁਰਾ ਸ਼ਬਦ ਦੁਆਰਾ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਗੌੜੀ ਰਵਿਦਾਸ ਜੀ ਦੇ ਪਦੇ, ਰਾਗ ਗੌੜੀ ਗੁਆਰੜੀ ਦੇ ਵਿੱਚ ਦਰਜ ਹੈ। ਸਤਿਗੁਰਾਂ ਨੇ ਬਹੁਤ ਹੀ ਅੱਛੇ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਨ ਲਈ ਇਸ ਕਲਯੁਗ ਦੇ ਸਮੇਂ ਦੇ ਵਿੱਚੋਂ ਗ੍ਰਸਤ ਜੀਵਨ ਬਤੀਤ ਕਰਦਿਆਂ ਹੋਇਆ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਹੈ ਤੇ ਦੂਸਰਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਬਦ ਦੁਆਰਾ। ਕਿਉਂਕਿ ਸਤਿਗੁਰ ਫਰਮਾਉਂਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋ ਨਹੀਂ ਤੋ ਠਾਓ, ਨਾ ਤਸਫੀਸ ਖਰਾਜ ਨ ਮਾਲ, ਖੌਫ ਨ ਖਤਰਾ ਨ ਤਰਸ ਜੁਗਾਲ, ਅਬ ਮੋਹੇ ਖੂਬ ਬਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਸੇਮ ਇੱਕ ਸਵਾਹੀ, ਆਵਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਮੂਰ, ਜਿਉਂ ਜਿਉਂ ਸੈਲ ਕਰੇ ਜੋ ਪਾਵੇ, ਮਹਿਰਮ ਮਹਿਲ ਨਾ ਗੁਟਕਾਵੇ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਨੀਤ ਹਮਾਰਾ। ਸਤਿਗੁਰਾਂ ਨੇ ਇਸ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਇੱਕ ਪ੍ਰਾਰਥਨਾ ਕੀਤੀ ਕਿ ਉਹ ਗਰੀਬ ਵਰਗ ਹੈ, ਗਰੀਬ ਵਰਗ ਦੇ ਵਿੱਚ ਸਾਰੇ ਲੋਕ ਆ ਜਾਂਦੇ ਹਨ। ਉਸ ਸਮੇਂ ਦੇ ਉੱਚ ਕੋਟੀ ਦੇ ਕੁਝ ਵਿਦਵਾਨ ਜੋ ਸਨ, ਜੋ ਵਿਦਵਾਨ ਉਹ ਉਸ ਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਦੇ ਵਿੱਚ ਹੰਕਾਰ ਪੈਦਾ ਹੋਇਆ ਸੀ। ਕੋਈ ਸਤਿਗੁਰੂ ਫਰਮਾਉਂਦੇ ਨੇ, ਹਰ ਜਿਉ ਹੰਕਾਰ ਨਾ ਪਾਵੇ। ਬਿਲਕੁਲ ਉਸ ਨੂੰ ਸੋਚ ਨੂੰ ਸਤਿਗੁਰਾਂ ਨੇ ਆਪਣੇ ਜ਼ਿਹਨ ਦੇ ਵਿੱਚ, ਆਪਣੇ ਹਿਰਦੇ ਵਿੱਚ ਵਸਾ ਕੇ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਇੱਕ ਬੇਨਤੀ ਅਰਦਾਸ ਕੀਤੀ ਕਿ ਬੇਗਮ ਗਮ ਤੋਂ ਰਹਿਤ ਲੋਕਾਂ ਦੀ ਮੈਂ ਸੋਚ ਬਦਲਣੀ ਹੈ। ਇਹ ਜੋ ਸਮਾਜ ਹੈ, ਇਹ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇਹ ਗਮ ਤੋਂ ਰਹਿਤ ਹੋ ਜਾਵੇ। ਕਿ ਉਸ ਸਮੇਂ ਦੇ ਵਿੱਚ ਬੜੇ ਬੜੇ ਰਾਜੇ, ਬੜੇ ਬੜੇ ਧਨਾੜ, ਜੋ ਧਨਾੜ ਸਨ, ਉਹ ਕਰ ਵਸੂਲ ਕਰਿਆ ਕਰਦੇ ਸਨ, ਜਿਹਨੂੰ ਆਪਾਂ ਟੈਕਸ ਵੀ ਕਹਿੰਦੇ ਨੇ। ਜੋ ਖੇਤਾਂ ਦੇ ਵਿੱਚ ਕਿਸਾਨ ਕੰਮ ਕਰਦੇ ਸਨ, ਕੰਮ ਦੇ ਕਰੀਦੇ ਕੰਮ ਕਰਦੇ ਸਨ, ਉਹਨਾਂ ਦੇ ਟੈਕਸ ਲਾਇਆ ਜਾਂਦਾ ਸੀ, ਕਰ ਲਾਇਆ ਜਾਂਦਾ ਸੀ ਕਿ ਉਹਨੀ ਆਪਣੀ ਖੂਨ ਪਸੀਨੇ ਦੀ ਕਮਾਈ, ਇੱਕ ਧਨਾੜ ਨੇ ਆਉਣਾ, ਇੱਕ ਰਾਜੇ ਨੇ ਆਉਣਾ ਕਿ ਮੈਨੂੰ ਮੇਰੇ ਦਾਣਿਆਂ ਦੁਆਰਾ, ਪੈਸਿਆਂ ਦੁਆਰਾ ਇਹ ਮੈਨੂੰ ਭੱਤਾ ਜੋ ਹੈ ਉਹ ਮੈਨੂੰ ਤੁਸੀਂ ਜ਼ਰੂਰ ਦਿਓ। ਸਤਿਗੁਰਾਂ ਨੇ ਬੜੀ ਰਹਿਮਤ ਕੀਤੀ
ਆਪਣੇ ਸਮਾਜ ਨਾਲ, ਆਪਣੇ ਗਰੀਬ ਸਮਾਜ ਦੇ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਤੋਂ ਇਹ ਦੁੱਖ ਸਹਿ ਨਾ ਹੋਇਆ ਅਤੇ ਉਹਨਾਂ ਨੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕੀਤੀ ਕਿ ਇਹ ਲੋਕ ਜਿਹੜੇ ਹੈ, ਮੈਂ ਇਹਨਾਂ ਨੂੰ ਦੇਖਣਾ ਚਾਹੁੰਦਾ ਹਾਂ ਕਿ ਇਹ ਗਮ ਤੋਂ ਰਹਿਤ ਹੋ ਕੇ ਰਹਿਣ। ਬਿਲਕੁਲ। ਜਿਸ ਜਗ੍ਹਾ ਤੇ ਇਹ ਜਾਣਾ ਚਾਹਣ ਬਗੈਰ ਹਿਚਕ ਝਿਜਕ ਤੋਂ ਜੀ ਉਸ ਜਗ੍ਹਾ ਤੇ ਜਾ ਸਕਣ। ਜੀ ਅਤੇ ਇਹ ਜਿਹੜੇ ਰਾਜੇ ਜਾਂ ਧਨਾੜ ਜਾਂ ਕੁਝ ਹੰਕਾਰ ਦੇ ਅਧੀਨ ਹੋਏ ਲੋਕ ਜੋ ਕੁਝ ਆਪਣੇ ਆਪ ਨੂੰ ਖੁਦ ਉੱਚਾ ਸਮਝਦੇ ਸਨ, ਬਿਲਕੁਲ, ਉਹਨਾਂ ਤੋਂ ਇਹਨਾਂ ਦਾ ਛੁਟਕਾਰਾ ਕਰਾਇਆ ਜਾਵੇ। ਬੇਗਮਪੁਰਾ ਜੋ ਹੈ ਗੁਰੂ ਜੀ, ਇਹ ਸਾਡੇ ਸਰੀਰ ਦੇ ਵਿੱਚ ਹੈ। ਬੇਗਮਪੁਰਾ ਗਮ ਤੋਂ ਰਹਿਤ ਹੋਣ ਦੀ ਜੋ ਗੱਲ ਹੈ, ਉਹ ਅਸੀਂ ਆਪਣੀ ਸੋਚ ਬਦਲਣੀ ਹੈ। ਗੁਰੂ ਸਾਹਿਬਾਂ ਨੇ ਇਹ ਸਾਨੂੰ ਪ੍ਰੇਰਨਾ ਕੀਤੀ, ਸਾਡੇ ਲਈ ਇੱਕ ਹੁਕਮ ਵੀ ਹੈ, ਪਰ ਉਹਨੂੰ ਕਰਨਾ ਕਿਸ ਤਰ੍ਹਾਂ ਹੈ ਉਹ ਸਾਡੇ ਤੇ ਮਨਸੂਰ ਹੈ। ਬਿਲਕੁਲ ਸਾਡੇ ਅਸੀਂ ਆਪਣੇ ਆਪ ਨੂੰ ਐਜੂਕੇਸ਼ਨ ਪ੍ਰਤੀ ਐਜੂਕੇਟ ਕਰਨਾ ਹੈ। ਗੁਰਬਾਣੀ ਤੋਂ ਜੀ ਜੋ ਗੁਰੂ ਕੀ ਬਾਣੀ ਹੈ, ਹਾਂਜੀ ਜਿਹਨੂੰ ਆਪਾਂ ਬੜੇ ਵਿਸਥਾਰ ਦੇ ਨਾਲ ਸਾਰੇ ਆਪਾਂ ਹੀ ਮੰਨਦੇ ਹਾਂ। ਜੀ ਆਪਣੇ ਤੁਰਕੀ ਬਾਣੀ ਆਈ, ਹਾਂਜੀ ਤਿੰਨ ਸਦੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਪਰ ਨਾਨਕ ਸੱਚ ਦੁਖਾਨਾ, ਆਪਾਂ ਸਾਰੇ ਮੰਨਦੇ ਹਾਂ। ਬਿਲਕੁਲ ਉਹ ਤੁਰਕੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਇਹ ਜੋ ਬਾਣੀ ਹੈ ਬੇਗਮਪੁਰ ਦੀ, ਉਹ ਦਰਜ ਕੀਤੀ ਹੈ। ਜੀ ਉਸ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਗਮ ਤੋਂ ਰਹਿਤ ਹੋਣ ਲਈ ਕਿਹਾ ਅਤੇ ਉਹ ਜਿਹੜੇ ਧਨਾੜ ਸਨ ਉਹਨਾਂ ਨੂੰ ਚੇਤਾਵਨੀ ਦਿੱਤੀ, ਇਹ ਗਰੀਬ ਵਰਗ ਦਾ ਤੁਸੀਂ ਜਿਹੜਾ ਹੈ ਇਹ ਕਰ ਲੈ ਕੇ, ਟੈਕਸ ਲੈ ਕੇ, ਜਾਂ ਇਹਨਾਂ ਨੂੰ ਕੁਝ ਜਗ੍ਹਾ ਤੇ ਜਾਂ ਧਾਰਮਿਕ ਸਥਾਨਾਂ ਤੇ ਜਿੱਥੋਂ ਤੁਸੀਂ ਰੋਕਦੇ ਹੋ, ਇਹਨਾਂ ਨੂੰ ਆਜ਼ਾਦੀ ਦਿਓ। ਇਹ ਉਹਨਾਂ ਵਾਸਤੇ ਸੀ ਤੇ ਸਾਨੂੰ ਆਜ਼ਾਦ ਕਰਨ ਵਾਸਤੇ, ਟੈਕਸ ਤੋਂ ਕਰ ਤੋਂ ਰਹਿਤ ਕਰਨ ਵਾਸਤੇ ਸਾਨੂੰ ਉਹਨਾਂ ਨੇ ਇਹ ਸਿੱਖਿਆ ਦਿੱਤੀ। ਗੁਰੂ ਜੀ ਬਿਲਕੁਲ ਮੈਮੀ ਜੀ, ਬਹੁਤ ਵਧੀਆ ਤੁਸੀਂ ਵਿਚਾਰਧਾਰਾ ਲੈ ਕੇ ਚੱਲੇ ਹੋ। ਜਿਹੜੀ ਗੱਲ ਤੁਸੀਂ ਇਹ ਹੁਣੇ ਕਹੀ ਆ ਕਿ ਸਾਨੂੰ ਆਪਣੇ ਸਰੀਰਕ ਤੌਰ ਤੇ ਵੀ ਸਾਡੇ ਵਿੱਚ ਜਿਹੜੇ 5 ਵਿਸ਼ੇ ਵਿਕਾਰ ਬੈਠੇ ਨੇ ਉਹਨਾਂ ਨੂੰ ਵੀ ਮਾਰਨ ਦੀ ਲੋੜ ਹੈ, ਉਹਨਾਂ ਨੂੰ ਵੀ ਕੰਟਰੋਲ ਕਰਨ ਦੀ ਲੋੜ ਹੈ, ਉਹਨਾਂ ਤੋਂ ਵੀ ਸਾਨੂੰ ਜਿਹੜੀ ਨਿਜਾਤ ਪਾਉਣ ਦੀ ਲੋੜ ਹੈ। ਤੇ ਬਾਹਰ ਪੱਖੀ ਸਾਡੀ ਜਿਹੜੀ ਸਾਡੇ ਤੇ ਲੱਗੀ ਹੋਈਆਂ ਬਹੁਤ ਸਾਰੀਆਂ ਪਾਬੰਦੀਆਂ, ਕੁਰੈਤਾਂ ਤੇ ਜਿਹੜੀਆਂ ਸਾਡੀਆਂ ਸਮਾਜਿਕ ਕੁਝ ਇਹੋ ਜਿਹੇ ਸਾਨੂੰ ਸਮਾਜ ਨੂੰ ਘੁਣ ਲੱਗੇ ਨੇ, ਉਹਨਾਂ ਤੋਂ ਵੀ ਬਚਣ ਦੀ ਲੋੜ ਹੈ। ਆਪਾਂ ਮੇਰੇ ਦਰਸ਼ਕਾਂ ਨੂੰ ਮੈਂ ਪਹਿਲਾਂ ਬੇਨਤੀ ਕਰ ਲਾਂ ਕਿ ਮੈਂ ਕਾਲਾਂ ਨਹੀਂ ਲਾਂਗਾ, ਪਰ ਫਿਰ ਵੀ ਇੱਕ ਕਾਲ ਬਹੁਤ ਜ਼ਰੂਰੀ ਹੈ ਜਿਹੜੀ ਬਾਰ-ਬਾਰ ਪਿਛਲੇ ਪ੍ਰੋਗਰਾਮਾਂ 'ਚ ਵੀ ਉਹ ਟਰਾਈ ਕਰਦੇ ਰਹੇ। ਆਪਾਂ ਉਹਨਾਂ ਦੀ ਕਾਲ ਦੇਖਦੇ ਹਾਂ ਕੌਣ ਗੁਰਮੁਖ ਨੇ। ਆਪਾਂ ਇੱਕ ਕਾਲ ਲੈ ਲਈਏ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੈ ਗੁਰਦੇਵ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਜੈ ਗੁਰਦੇਵ, ਸਤਿ ਸ੍ਰੀ ਅਕਾਲ। ਮਹਾਰਾਜ ਕੌਣ ਬੋਲਦੇ ਤੇ ਕਿੱਥੋਂ ਬੋਲਦੇ ਜੀ? ਮੈਂ ਇੰਡੀਆ ਤੋਂ ਬੋਲ ਰਿਹਾ, ਆਪਣੇ ਬਾਬੇ ਚੌੜਿਆਂ ਤੋਂ। ਹਾਂਜੀ ਹਾਂਜੀ, ਸੰਤ ਨਿਰਮਲ ਦਾਸ ਜੀ ਮਹਾਰਾਜ, ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਬੇਗਮਪੁਰਾ ਵਿੱਚ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਆਪ ਜੀ ਨੇ ਇੰਨਾ ਵੇਲੇ ਕਵੇਲੇ ਵੀ ਜਾ ਕੇ ਫੋਨ ਕੀਤਾ, ਹੁਣ ਤੱਕ ਆਪ ਜਾਗਦੇ ਰਹੇ ਹੋ। ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਬਾਰੇ ਆਪ ਜੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੰਗਤ ਦੇਵੀ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਆਪ ਜੀ ਨੇ ਪ੍ਰਸਾਰਣ ਕੀਤੀ ਹੈ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਂਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ, ਆਪ ਸਭ ਲਈ ਅਰਦਾਸ ਕਰਦਾ ਜੀ। ਦਿਨ ਦੁਗਣਾ ਰਾਤ ਚੌਗੁਣੀ ਤਰੱਕੀ ਕਰੋ। ਕਿਤੇ ਵੀ ਬੈਠੇ ਹੋ, ਮਹਾਰਾਜ ਦਾ ਓਟ ਆਸਰਾ ਲੈ ਕੇ ਜੀ ਗੁਰੂ ਪਾਤਸ਼ਾਹ ਸਭ ਨੂੰ ਆਪਣੇ ਦਿਲੋਂ ਕਰੋ ਨਾਮ ਦੀ ਦਾਤ ਬਖਸ਼ ਕਰੇ ਜੀ। तो मैं ਤਾਂ ਜੋ ਸੰਗਤ ਨੂੰ ਬੇਨਤੀ ਕਰਨੀ ਜਾਂ ਉਹਨਾਂ ਨੂੰ ਪ੍ਰਾਰਥਨਾ, ਇਹੋ ਹੀ ਮੇਰਾ ਲਕਸ਼ ਹੈ ਕਿ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰਬਾਣੀ ਦਾ ਓਟ ਆਸਰਾ ਲੈ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਛਤਰ ਛਾਇਆ ਸਕਦੇ, ਜੋ ਵੀ ਕਰਦੇ ਅਸੀਂ ਕਰਦੇ ਮਹਾਰਾਜ ਦੀ ਬਾਣੀ ਅਨੁਸਾਰ ਜੀ। ਕੀਤਾ ਲੋੜੀਏ ਕੰਮ ਸੁਹਰ ਪਿਆ ਕੀਏ, ਕਾਰਜ ਜੋ ਸਵਾਰ ਸਤਿਗੁਰ ਪ੍ਰਸਾਦ ਕੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਰਾਖੀਏ। ਤੇ ਜਿਸ ਵੇਲੇ ਅਰਦਾਸ ਕਰਕੇ ਕੋਈ ਵੀ ਅਸੀਂ ਕਾਰਜ ਕਰਦੇ ਜ਼ਿੰਦਗੀ ਦੇ ਵਿੱਚ, ਉਹ ਮਾਲਕ ਪੂਰਾ ਕਰਦਾ ਹੈ ਜੀ। ਤੇ ਮੇਰੀ ਸਭ ਸੰਗਤ ਨੂੰ ਔਰ ਸਾਰੇ ਹੀ ਸਰੋਤਾਗਣ ਨੂੰ ਇੱਕ ਬੇਨਤੀ ਹੈ ਕਿ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਆਪਣਾ ਕਾਰਜ ਕਰੋ ਜੀ। ਗੁਰੂ ਮਹਾਰਾਜ ਵਿੱਚ ਕਰਤਾ ਪੁਰਖ ਖਲੋਆ, ਤਾਂ ਬਾਲ ਨੇ ਗੰਗਾ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਪਰ ਆਪ ਜੀ ਨੂੰ ਇੱਕ ਬੇਨਤੀ ਮੈਂ ਕਰਨੀ ਜ਼ਰੂਰ ਚਾਹਾਂਗਾ
क्योंकि यूरोप दियां यूके दियां ते जिन्नियां भी अबरॉड दियां संगतां आप जी की आवाज़ भी सुन रही ने, आप जी का फोटो भी स्क्रीन पर देख रही ने। मैं आप जी को बेनती करके पूछना चाहना है कि आप साधु संप्रदा पंजाब के मुख सेवादार हो, प्रधान हो, उन्होंने किदां दी जिहड़ी गुरु ग्रंथ साहब जी महाराज के बारे एक लहर चली सी, आप जी ने बहुत वधिया स्टैंड उस वेले लिया, तो किदां दा माहौल है श्री गुरु ग्रंथ साहब जी की जिहड़ी मर्यादा नूं कायम रखने लई पंजाब च? तो महाराज जी जो जुगो जुगो महाराज जी छत्र छाया है इसी तरह रहेगी, ये तो कोई ना बड़ा कर सकता ना कोई छोटा कर सकता जी। गुरु महाराज जितना भी साधु समाज गुरु साधु संप्रदाय सोसाइटी और पंजाब दे विच 360 डेरे पुरुषां दे जी जो गुरुदास नाम लेवा है, सारे ही गुरु महाराज का वोट आशा लैके सारे कार्य करते हैं जी। जो पिछे कोई गलबात हुई भी थी वो महाराज की कृपा इदां दी गलबात नहीं है, सारे गुरु चरणों के नाल जुड़ के अपने कार्य कर महाराज सारे ही डेरे विच सारे महापुरुषों के कोल जो ही वोट आशा है जो गुरु ग्रंथ साहब महाराज जी का ਉਹਦੇ अनुसार ही सारे कार्य करते आप जी का जो मर्यादा गुरु ग्रंथ साहब महाराज जी। आप जी का बहुत बहुत धन्यवाद। आप जी ने बहुत समा वेट करके पिछले प्रोग्राम भी आप बहुत आप जी का उपराले करते रहे पर कॉल नहीं मिल सकी। आप जी का बहुत बहुत धन्यवाद। इस आस नाल आप जी आप जी फतेह बुला रहा कि आप जी इस आस नाल कि फिर भी अगले प्रोग्राम भी आप जरूर फोन करोगे ते आप जी नूं बहुत बहुत धन्यवाद जी। मेरे वालों कोई सेवा होवे तो आप जी ने कृपा करनी। ओके जी, वाहिगुरू जी का खालसा वाहिगुरू जी की फतेह। मैं अपने दर्शकों को दसता चला कि संत निर्मल दास जी चौड़ेवाल जिन्होंने पिछले दिनों के पिछले साल साडी संगत टीवी की सारी सारी टीम गई और अखां दे कैंप लाउंदे ने, बहुत मानवता की सेवा करते हैं। ना सिर्फ धार्मिक कामां जिथे किते भी कदे समाजिक कामां विच भी इन्हां दी लोड़ पई आ, इन्होंने हमेशा जाके उत्थे योगदान पाया है। सो एक बार फिर श्री गुरु रविदास सभा यूके यूरोप अबरॉड ते संगत टीवी की टीम वालों इन्हां दा महापुरुषों का बहुत बहुत धन्यवाद, इन्होंने समा कढ़िया। सो आपां एक ब्रेक ले लीए, ब्रेक तो बाद फिर आप मिलते हैं, गलबात जारी रखांगे। मेरे दर्शकों एक छोटी जी ब्रेक, उस तो बाद फिर प्रोग्राम इसी तरह जारी रखेगा। मिलते हैं ब्रेक तो बाद। Are you a retailer looking to add some spice to your selection? Come and explore one of the UK's largest trade-only cash and carries at East End Foods, Aston Cross, Birmingham. Here you'll find top brands at the most competitive prices. All the stock you'll need is readily available at East End Foods, Cash and Carry. We bring the authentic taste of tradition to your table. Built to be Britain's most state-of-the-art wholesale depot. Come and explore one of the UK's largest trade cash and carries. We welcome old and new trade customers, so add some spice to your choice and visit East End Cash and Carry Depot now. ਕੀ ਤੁਹਾਨੂੰ ਪਤਾ ਹੈ ਕਿ ਯੂਕੇ ਵਿੱਚ ਪੱਕੇ ਹੋਣ ਵਾਸਤੇ ਜਾਂ ਸਿਟੀਜ਼ਨਸ਼ਿਪ ਲੈਣ ਲਈ ਅਕਤੂਬਰ 2013 ਵਿੱਚ ਇੰਗਲਿਸ਼ ਟੈਸਟ ਹੋਰ ਔਖਾ ਹੋ ਰਿਹਾ ਹੈ? ਐਕਸਟਰਾ ਲਰਨਿੰਗ ਇਮੀਗ੍ਰੇਸ਼ਨ ਕੋਰਸਿਸ ਦੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਕਰਨ ਵਿੱਚ ਮਾਹਿਰ ਹਨ, ਜਿਵੇਂ ਕਿ ਲਾਈਫ ਇਨ ਦ ਯੂਕੇ ਈ-ਸਾਊਥ ਸਿਟੀਜ਼ਨਸ਼ਿਪ ਕੋਰਸ, A1 ਸਪਾਊਸ ਵੀਜ਼ਾ, B1 B2 ਟੀਅਰ 4 ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਟੈਸਟਸ ਇੰਡੀਆ ਅਤੇ ਯੂਕੇ ਵਿੱਚ ਕਰਾਉਂਦੇ ਹਾਂ। ਤੁਸੀਂ ਸਾਡੇ ਸਟਾਫ ਨਾਲ ਪੰਜਾਬੀ, ਹਿੰਦੀ, ਉਰਦੂ, ਬੰਗਾਲੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਗੱਲ ਕਰ ਸਕਦੇ ਹੋ। ਇੰਟਰਨੈਸ਼ਨਲ ਸਟੂਡੈਂਟਸ ਦੀ ਹਰ ਤਰ੍ਹਾਂ ਦੀ ਪ੍ਰੋਬਲਮਸ ਨੂੰ ਸੋਲਵ ਕੀਤਾ ਜਾਂਦਾ ਹੈ, ਚਾਹੇ ਤੁਹਾਡਾ ਕਾਲਜ ਬਲੈਕਲਿਸਟਡ ਹੋਵੇ ਜਾਂ ਬੰਦ ਹੋ ਗਿਆ ਹੋਵੇ। HTS ਜਾਂ ਗਵਰਨਮੈਂਟ ਫੰਡਡ ਕਾਲਜ ਵਿੱਚ ਐਡਮਿਸ਼ਨ ਕਰਵਾਇਆ ਜਾਂਦਾ ਹੈ। ਅਸੀਂ ਡਰਾਈਵਿੰਗ ਥਿਊਰੀ, SI ਸਿਕਿਉਰਿਟੀ, CCTV, ਫਰਸਟ ਏਡ, ਪੈਟਰੋਲ ਟੀਚਰ ਟ੍ਰੇਨਿੰਗ ਅਤੇ ਕੰਪਿਊਟਰ ਕੋਰਸਿਸ ਵੀ ਕਰਾਉਂਦੇ ਹਾਂ। So what are you waiting for? Call us now. Making a will is the only way to give long-term protection for your family and assets. Abacus Wills and Trusts specialize in will writing, inheritance tax planning and power of attorney. We're reputable in making the whole process as easy as possible. Whatever your location, a legal consultant will visit you in the comfort of your own home, and our legal team prepare the documents that are tailored to your circumstances. Call us now on 0845 025
0111 or visit abacuswillsandtrust.com. दर्शकों, प्रोग्राम ब्रेक तो बाद आप जी का एक बार फिर स्वागत है। ਆਪਾਂ ਪ੍ਰੋਗਰਾਮ ਜਿੱਥੇ ਛੱਡ ਕੇ ਗਏ ਸੀ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਪ੍ਰੋਗਰਾਮ ਵਿੱਚ ਉਹਨਾਂ ਨੇ ਅੱਜ ਹਿੱਸਾ ਪਾਇਆ ਹੈ ਅਤੇ ਸੰਗਤਾਂ ਨੂੰ ਅਰਦਾਸ ਦੇ ਨਾਲ ਜੋੜ ਕੇ ਬੇਨਤੀ ਕੀਤੀ ਹੈ, ਆਪਾਂ ਉਸ ਨੂੰ ਅੱਗੇ ਤੋਰਦੇ ਹਾਂ। ਭਾਈ ਸਾਹਿਬ ਰਾਮ ਕਿਸ਼ਨ ਮਹਿਮੀ ਜੀ ਨੇ ਬਹੁਤ ਵਧੀਆ ਗੱਲ ਔਰ ਵਿਆਖਿਆ ਸ਼ਬਦ ਦੀ ਕੀਤੀ ਹੈ, ਪਰ ਆਪਾਂ ਜੀ ਭਾਈ ਸਾਹਿਬ ਮਹਿੰਦਰਪਾਲ ਜੀ ਜਿਹੜੇ ਕਿ ਲੈਸਟਰ ਦੇ ਮੁੱਖ ਸੇਵਾਦਾਰਾਂ ਵਿੱਚੋਂ ਨੇ, ਜੇ ਆਪਾਂ ਉਹਨਾਂ ਨੂੰ ਇਹ ਗੱਲ ਪੁੱਛੀਏ ਕਿ ਭਾਈ ਸਾਹਿਬ ਜੀ ਆਪ ਜੀ ਦੇ ਸ਼੍ਰੀ ਗੁਰੂ ਰਵਿਦਾਸ ਸਭਾ ਗੁਰੂ ਘਰ ਦੇ ਵਿੱਚ ਜਦ ਦੇ ਆਪ ਜੀ ਨੇ ਸੇਵਾ ਸੰਭਾਲੀ ਹੈ, ਇੱਕ ਲੰਬੇ ਅਰਸੇ ਤੋਂ ਆਪ ਸੇਵਾ ਨਾਲ ਜੁੜੇ ਹੋਏ ਹੋ, ਇਸ ਬੇਗਮਪੁਰਾ ਦੇ ਸੰਕਲਪ ਨੂੰ ਤੇ ਸਮੁੱਚੀ ਭਾਈਚਾਰਕ ਸਾਂਝ ਨੂੰ ਜੋੜਨ ਵਾਸਤੇ ਆਪ ਕਿੱਦਾਂ ਦੇ ਉਦਮ ਉਪਰਾਲੇ ਕਰ ਰਹੇ ਹੋ? ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਦਾਸ ਵੱਲੋਂ ਤਾਂ ਸਮੁੱਚੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਜੀ, ਸ਼੍ਰੀ ਗੁਰਦਾਸ ਟੈਂਪਲ ਲੈਸਟਰ ਵੱਲੋਂ, ਸਮੁੱਚੀ ਸੰਗਤ ਟੀਵੀ ਦੇ ਸਟਾਫ ਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ। ਤੁਸੀਂ ਪੁੱਛਿਆ ਕਿ ਗੁਰੂ ਘਰ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਚੱਲ ਰਿਹਾ ਜੀ। ਗੁਰੂ ਘਰ ਦੇ ਵਿੱਚ ਪ੍ਰਬੰਧ ਇੰਨਾ ਅੱਛਾ ਚੱਲ ਰਿਹਾ ਹੈ ਕਿ ਇੱਕ ਉਹ ਐਸਾ ਗੁਰੂ ਘਰ ਹੈ ਜਿੱਥੇ ਪੂਰੀਆਂ ਕਮਿਊਨਿਟੀਆਂ ਸਾਰੀਆਂ ਮੋਢੇ ਨਾਲ ਮੋਢਾ ਮਿਲ ਕੇ ਤੇ ਸਾਰੇ ਇਕੱਠੇ ਹੋ ਕੇ ਉਹ ਕੰਮ ਕਰਦੇ ਨੇ। ਉੱਥੇ ਸਾਰੀਆਂ ਭੈਣਾਂ ਇੱਦਾਂ ਨਹੀਂ ਕਿ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ, ਸਾਰੀਆਂ ਕਮਿਊਨਿਟੀਆਂ ਉੱਥੇ ਆ ਕੇ ਹਮੇਸ਼ਾ ਹੀ ਗੁਰੂ ਘਰ ਦੀ ਸੇਵਾ ਦੇ ਵਿੱਚ ਹਰ ਤਰ੍ਹਾਂ ਨਾਲ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ। ਤਾਂ ਇਹ ਇੱਕ ਵਿਲੱਖਣਤਾ ਹੈ ਉਸ ਗੁਰੂ ਘਰ ਦੀ ਕਿ ਇੱਦਾਂ ਨਹੀਂ ਹੈ ਕਿ ਇੱਕੋ ਹੀ ਕਮਿਊਨਿਟੀ ਉਹਨੂੰ ਬਿਲੋਂਗ ਕਰਦੀ ਹੈ, ਸਾਰੀਆਂ ਕਮਿਊਨਿਟੀਆਂ ਉੱਥੇ ਆਉਂਦੀਆਂ ਨੇ। ਭਾਈ ਸਾਹਿਬ ਮਹਿੰਦਰਪਾਲ ਜੀ, ਜਦੋਂ ਸਾਡੀ ਸੰਗਤ ਟੀਵੀ ਦੀ ਟੀਮ ਗਈ ਸੀ ਉੱਥੇ ਪ੍ਰੋਗਰਾਮ ਕਵਰ ਕਰਨ, ਤੇ ਅਸੀਂ ਉੱਥੇ ਦੇਖਿਆ ਕਿ ਗੁਜਰਾਤੀ ਫੈਮਲੀਆਂ ਵੀ ਜਿਨ੍ਹਾਂ ਨੂੰ ਪੰਜਾਬੀ ਬਾਰੇ ਕੁਝ ਨਹੀਂ ਪਤਾ, ਉਹ ਵੀ ਬਹੁਤ ਸਾਰੀਆਂ ਫੈਮਲੀਆਂ ਸੇਵਾ ਕਰਦੀਆਂ। ਗੁਜਰਾਤੀ ਫੈਮਲੀਆਂ ਤਾਂ ਬਹੁਤ ਆਉਂਦੀਆਂ, ਤਿੰਨਾਂ ਦੇ ਤਾਂ ਵਿਆਹ ਸੀ ਲਗਾਤਾਰ, ਹਰ ਵੀਕੇ ਵਿਆਹ ਉੱਥੇ ਹੁੰਦਾ, ਹਰ ਵੀਕੇ ਇੱਕ ਵਿਆਹ ਉੱਥੇ ਹੁੰਦਾ ਜਿਨ੍ਹਾਂ ਦੇ ਵਿੱਚੋਂ ਗੁਜਰਾਤੀ ਫੈਮਲੀਆਂ ਆਉਂਦੀਆਂ ਨੇ ਸਾਰੀਆਂ। ਕੀ ਵਜ੍ਹਾ ਹੈ ਕਿ ਤੁਸੀਂ ਉੱਥੇ ਸਾਰੀ ਕਮਿਊਨਿਟੀ ਨੂੰ ਉਸ ਸੰਕਲਪ ਨੂੰ, ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਇਹ ਘਾਟ ਹੈ, ਪਰ ਤੁਹਾਡੇ ਕੀ ਵਜ੍ਹਾ ਹੈ ਜਿਹੜੀ ਤੁਸੀਂ ਇਹ ਪਰੰਪਰਾ ਨੂੰ ਬਹੁਤ ਮਜ਼ਬੂਤੀ ਨਾਲ ਚਲਾ ਰਹੇ ਹੋ? ਖਾਲਸਾ ਜੀ, ਵਜ੍ਹਾ ਇਹੀ ਹੈ ਕਿ ਇਹ ਸੱਚੇ ਪਾਤਸ਼ਾਹ ਦਾ ਦਰਬਾਰ ਆ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਬਣਾ ਕੇ ਉਹਦੇ 4 ਦਰਵਾਜ਼ੇ ਰੱਖੇ, 4 ਵਰਨਾਂ ਨੂੰ ਉਪਦੇਸ਼ ਹੈ, 4 ਵਰਨਾਂ ਵਾਸਤੇ ਖੁੱਲ੍ਹਾ ਸੁਨੇਹਾ ਹੈ। ਇਸੇ ਤਰ੍ਹਾਂ ਲੈਸਟਰ ਦੇ ਗੁਰੂ ਘਰ ਵਾਸਤੇ ਜੋ ਰਵਿਦਾਸ ਟੈਂਪਲ 193 ਹੈਰੀਸਨ ਰੋਡ ਦੇ ਉੱਤੇ ਸਥਿਤ ਹੈ, ਉੱਥੇ ਕਿਸੇ ਨੂੰ ਕੋਈ ਮਨਾਹੀ ਨਹੀਂ, ਕੋਈ ਆਵੇ ਕੋਈ ਜਾਵੇ, ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਹਾਂ। ਇਸ ਕਰਕੇ ਉੱਥੇ ਇਹ ਸਾਰੇ ਪ੍ਰੋਗਰਾਮ ਹੁੰਦੇ। ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਭਾਈ ਸਾਹਿਬ ਮਹਿੰਦਰਪਾਲ ਜੀ, ਕਿਉਂਕਿ ਇਹ ਗੱਲ ਨੂੰ ਜਿੱਥੇ ਕਹਿਣਾ ਬੜਾ ਸੌਖਾ ਆ, ਉਹਨੂੰ ਅਮਲੀ ਰੂਪ ਦੇਣਾ ਉਨਾ ਹੀ ਜ਼ਿਆਦਾ ਔਖਾ ਆ, ਕਿਉਂਕਿ ਇਹ ਗੱਲ ਬਹੁਤ ਹੀ ਮਹੱਤਵਪੂਰਨ ਹੈ ਕਿ ਜਿੱਥੇ ਬੇਗਮਪੁਰੇ ਦੀ ਅਸੀਂ ਅੱਜ ਗੱਲ ਕਰਦੇ ਹਾਂ, ਬੇਗਮਪੁਰੇ ਪ੍ਰੋਗਰਾਮ ਦੇ ਨਾਂ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਅਮਲੀ ਰੂਪ ਕਿੰਨਾ ਕੁ ਦਿੰਦੇ ਹਾਂ। ਮੇਰੇ ਦਰਸ਼ਕੋ, ਆਪ ਜੀ ਨੂੰ ਪਤਾ ਹੈ ਕਿ ਇਸ ਬੇਗਮਪੁਰੇ ਦੇ ਸੰਕਲਪ ਨੂੰ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਗਰ ਦੀ ਪ੍ਰਥਾ ਚਲਾਈ, ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਚਲਾਇਆ। ਮਾਤਾ ਖੀਵੀ ਜੀ ਨੇ ਆਪ ਸੇਵਾ ਵਿੱਚ ਆ ਕੇ ਇਸ ਪ੍ਰਥਾ ਦੇ ਉੱਤੇ ਪੂਰੀ ਤਰ੍ਹਾਂ ਮੋਹਰ ਲਾਈ ਹੈ, ਜਿੱਥੇ ਕੋਈ ਵੀ ਛੋਟਾ ਬੜਾ ਨਾ ਹੋਵੇ, ਜਿੱਥੇ ਕੋਈ ਵੀ ਕਿਸੇ ਦੇ ਵਿੱਚ ਨਾ ਬਰਾਬਰੀ ਦੀ ਗੱਲ ਨਾ ਹੋਵੇ। ਇਹੀ ਗੱਲ ਨੂੰ ਲੈ ਕੇ ਇਹ ਪ੍ਰੋਗਰਾਮ ਚਲਾਇਆ ਗਿਆ ਤਾਂ ਜੋ ਸਮੁੱਚੇ ਸਮਾਜ ਵਿੱਚ ਕਿਸੇ ਇੱਕ ਵਰਗ ਲਈ ਨਹੀਂ, ਕਿਸੇ 2 ਵਰਗਾਂ ਲਈ ਨਹੀਂ, ਸਮੁੱਚੇ ਸਮਾਜ ਲਈ ਇਹ ਵਰਗ ਜਿਹੜੀ ਇਹ ਸੰਦੇਸ਼ ਜਿਹੜਾ ਆ ਉਹਨੂੰ ਅਸੀਂ ਕਰ ਸਕੀਏ, ਉਹਨੂੰ ਅਸੀਂ ਇੱਕੋ ਜਿਹਾ ਬਣਾ ਸਕੀਏ, ਉਹਨੂੰ ਅਸੀਂ ਬਰਾਬਰਤਾ 'ਚ ਲਿਆ ਸਕੀਏ। ਇਸ ਤੋਂ ਪਹਿਲਾਂ ਇੱਕ ਕਾਲ ਹੋਰ ਜ਼ਰੂਰ ਲੈਣ ਦੀ ਆਪ ਜੀ ਨੂੰ ਮੈਂ ਖਿਮਾ ਚਾਹਾਂਗਾ ਮੇਰੇ ਸਾਰੇ ਮਹਿਮਾਨਾਂ ਤੋਂ, ਕਿਉਂਕਿ ਜਿਹੜੀਆਂ ਕਾਲਾਂ ਪਿਛਲੇ ਕਈ ਪ੍ਰੋਗਰਾਮਾਂ 'ਚ ਅਸੀਂ ਨਹੀਂ ਲੈ ਸਕੇ, ਅਸੀਂ ਉਹਨਾਂ ਨੂੰ ਜ਼ਰੂਰ ਅਕੋਮੋਡੇਟ ਕਰਨਾ ਚਾਹੁੰਦੇ ਹਾਂ। ਹੈਲੋ ਹੈਲੋ, ਹਾਂਜੀ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਜੀ। ਕੌਣ ਭਾਈ ਸਾਹਿਬ ਜੀ ਬੋਲਦੇ ਤੇ ਕਿੱਥੋਂ ਬੋਲਦੇ ਜੀ? ਹਾਂਜੀ ਮੈਂ ਜੀਵਨ ਲਾਲ ਬੋਲ ਰਿਹਾ। ਹਾਂਜੀ ਜੀਵਨ ਲਾਲ ਜੀ, ਬੈਲਜੀਅਮ ਤੋਂ ਆਪ ਜੀ ਦਾ ਸਵਾਗਤ ਹੈ ਬੇਗਮਪੁਰਾ ਪ੍ਰੋਗਰਾਮ ਵਿੱਚ। ਭਾਈ ਸਾਹਿਬ ਜੀ, ਅੱਜ ਦੇ ਪ੍ਰੋਗਰਾਮ ਜਿਹੜਾ ਹੈ ਤੀਸਰਾ ਪ੍ਰੋਗਰਾਮ ਹੈ।
ਜਿਹੜਾ ਗੁਰੂ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ, ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਯੂਕੇ ਸਭਾ ਨੂੰ ਔਰ ਸੰਗਤ ਟੀਵੀ ਦੀ ਸਾਰੀ ਟੀਮ ਨੂੰ, ਸ਼੍ਰੀ ਅਰਦਾਸ ਸਭਾ ਬੈਲਜੀਅਮ ਦੀ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ, ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕਵਰ ਕੀਤਾ ਹੈ। ਆਪ ਜੀ ਨੂੰ ਵੀ ਬਹੁਤ ਸੰਗਤ ਨੂੰ ਸਾਰੀ ਨੂੰ ਗੁਰੂ ਮਹਾਰਾਜ ਦੇ ਵਿਚਾਰ ਨਾਲ ਜੋੜ ਰਹੇ ਹਨ ਜੀ। ਤੇ ਦੂਜੀ ਗੱਲਬਾਤ ਮੈਂ ਇਹ ਕਹਿਣੀ ਚਾਹੁੰਦਾ ਹਾਂ ਕਿ ਸਾਰੀ ਸੰਗਤ ਨੂੰ ਇਹੀ ਅਪੀਲ ਕਰੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹਿਣ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਹਮੇਸ਼ਾ। ਬਹੁਤ ਬਹੁਤ ਧੰਨਵਾਦ। ਤੁਸੀਂ ਉਹ ਬਹੁਤ ਕੁਝ ਕਹਿ ਦਿੱਤਾ ਜਿਹੜਾ ਕਿ ਇੱਕ ਲੰਬੇ ਅਰਸੇ ਤੋਂ ਸਾਰੇ ਹੀ ਕਹਿੰਦੇ ਆਏ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਸਭਾ ਜਿਹੜੀ ਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਗੁਰੂ ਮਹਾਰਾਜ ਤੁਹਾਡੇ ਨਾਲ ਹੈ। ਜਦੋਂ ਤੁਸੀਂ ਗੁਰੂ ਮਹਾਰਾਜ ਦੇ ਮਿਸ਼ਨ ਦੀ ਗੱਲ ਕਰਦੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦੇ ਹੋ, ਤਾਂ ਸਮੁੱਚਾ ਸੰਸਾਰ ਤੁਹਾਡੇ ਨਾਲ ਹੈ, ਸਮੁੱਚੀ ਇਨਸਾਨੀਅਤ ਤੁਹਾਡੇ ਨਾਲ ਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫਿਰ ਵੀ ਪ੍ਰੋਗਰਾਮ ਵਿੱਚ ਆਪ ਜੀ ਨੇ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਦਲ ਸਾਹਿਬ, ਆਪ ਜੀ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਲੈ ਕੇ ਇਸ ਉਮਰ ਤੱਕ ਆਪ ਜੀ ਦੇ ਜੇ ਜੀਵਨ ਤੇ ਝਾਤ ਮਾਰੀਏ ਤਾਂ ਸੇਵਾ ਸੇਵਾ ਭਰੀ ਹੈ। ਇਹ ਸੇਵਾ ਚਾਹੇ ਕਿਸੇ ਵੀ ਪੱਖ ਤੇ ਹੋਵੇ। ਆਪ ਜੀ ਨੇ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ, ਅਬਰੋਡ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾ ਕੀਤੀ ਤੇ ਇਸ ਖਾਸ ਕਰਕੇ ਬੇਗਮਪੁਰੇ ਦੇ ਸੰਕਲਪ ਨੂੰ, ਬੇਗਮਪੁਰੇ ਦੀ ਵਿਚਾਰਧਾਰਾ ਨੂੰ ਲੈ ਕੇ ਜੇ ਅਸੀਂ ਤੁਹਾਡੇ ਕੋਲੋਂ ਪੁੱਛੀਏ ਕਿ ਤੁਹਾਡਾ ਤਜਰਬਾ ਜਿਹੜਾ ਹੈ ਉਹਦੇ ਵਿੱਚ ਕਿੰਨੀ ਕੁ ਸੇਵਾ ਤੁਸੀਂ ਕਿਹੜੇ-ਕਿਹੜੇ ਪੱਖ ਤੋਂ ਕੀਤੀ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇਹ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ, ਅਬਰੋਡ ਦਾ ਬਹੁਤ ਹੀ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਬੇਗਮਪੁਰਾ ਜਿਹੜਾ ਪ੍ਰੋਗਰਾਮ ਆ ਇਸ ਸੰਗਤ ਟੈਲੀਵਿਜ਼ਨ ਦੇ ਉੱਤੇ ਇਹ ਸ਼ੁਰੂ ਕੀਤਾ। ਇਹ ਵਧਾਈ ਦੇ ਪਾਤਰ ਆ, ਜਿਹੜੀ ਕਿ ਸਾਡੀ ਬਹੁਤ ਦੇਰ ਤੋਂ ਇਹ ਸੀਗੀ ਕੋਸ਼ਿਸ਼ UK ਸਭਾ ਦੀ, ਤੇ ਇਹ ਅੱਜ ਪੂਰੀ ਹੋਈ ਆ। ਦੂਸਰਾ, ਸੰਗਤ ਟੈਲੀਵਿਜ਼ਨ ਦੀ ਮੈਨੇਜਮੈਂਟ ਕਮੇਟੀ ਔਰ ਟਰਸਟੀ ਸਹਿਬਾਨ ਜਿਨ੍ਹਾਂ ਨੇ ਪੂਰਾ ਸਾਨੂੰ ਸਹਿਯੋਗ ਦਿੱਤਾ, ਉਹਨਾਂ ਦਾ ਵੀ ਧੰਨਵਾਦ ਕਰਦਾ। ਥੈਂਕ ਯੂ ਜੀ। ਇਹ ਮੇਰੀ ਸੇਵਾ ਜਿਹੜੀ ਤੁਸੀਂ ਇਹ ਗੱਲ ਮੈਨੂੰ ਪੁੱਛ ਰਹੇ ਆ, ਮੈਂ ਲਾਈਫ ਦੇ ਵਿੱਚ ਸ਼ੁਰੂ ਤੋਂ ਬਹੁਤ ਪਿੱਛੇ ਨਾ ਜਾਵਾਂ ਜੀ, ਇੰਡੀਆ ਵਿੱਚ ਵੀ ਤੇ ਇੱਥੇ ਆ ਕੇ ਵੀ। ਹਾਂਜੀ, ਕਿਉਂਕਿ ਮਸਲਾ ਇਹ ਸੀਗਾ ਕਿ ਜਿੱਦਾਂ ਹਾਲਾਤ ਸੀਗੇ ਸਾਡੇ, ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਹਾਂ ਜੀ, ਸਾਡੇ ਕੋਲ ਜਿਹੜੀ ਆ ਪ੍ਰੋਬਲਮ ਸੀਗੀ, ਫਾਈਨੈਂਸ ਪ੍ਰੋਬਲਮ ਸੀ ਲੋਕਾਂ ਦੀ। ਜੀ ਜੀ, ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਗ ਕੇ ਲਿਆਉਂਦੇ ਸੀ, ਰੱਖਣ ਲਈ ਜਗ੍ਹਾ ਨਹੀਂ ਸੀ ਹੁੰਦੀ। ਬਿਲਕੁਲ, ਹਾਲਾਤ ਇਦਾਂ ਦੇ ਸੀਗੇ। ਪਰ ਹੌਲੀ ਹੌਲੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਮਿਹਰਬਾਨੀ ਗੁਰੂ ਜੀ ਦੀ ਹੋਈ ਆ। ਹੌਲੀ ਹੌਲੀ ਲੋਕ ਉੱਠੇ ਆ ਜੀ, ਉੱਠ ਕੇ ਉਹਨਾਂ ਨੇ ਆਪਣੇ ਆਪਣੇ ਗੁਰਦੁਆਰੇ ਬਣਾਏ ਜੀ, ਤੇ ਜਿੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਗਣ ਜਾਂਦੇ ਸੀ, ਉਹਨਾਂ ਨੇ ਆਪਣੇ ਹਰ ਪਿੰਡ ਦੇ ਵਿੱਚ ਆਪਣੇ ਆਪਣੇ ਗੁਰਦੁਆਰੇ ਬਣਾਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਦੂਸਰੇ ਜਿਹੜੇ ਸੀ ਲੋਕ ਆਪਣੇ ਗੁਰਦੁਆਰਿਆਂ 'ਚ ਜਾਣ ਨਹੀਂ ਸੀ ਦਿੰਦੇ, ਬਹਿਣ ਨਹੀਂ ਸੀ ਦਿੰਦੇ। ਸਾਡੇ ਬੱਸ ਦੀ ਗੱਲ ਨਹੀਂ ਸੀ, ਸਾਨੂੰ ਫਿਰ ਆਪਣੇ ਗੁਰਦੁਆਰੇ ਬਣਾਉਣੇ ਪਏ। ਸੋ ਉਹ ਸ਼ੁਰੂ ਤੋਂ ਲਾ ਕੇ ਮੇਰੀ ਸੇਵਾ ਆਪਣੇ ਪਿੰਡ ਦੇ ਨਾਲ, ਆਪਣੇ ਇਲਾਕੇ ਦੇ ਨਾਲ ਇੱਦਾਂ ਹੀ ਰਹੀ ਆ ਜੀ। ਇੱਥੇ ਆ ਕੇ 68 ਦੇ ਵਿੱਚ ਮੈਂ ਆਇਆ। ਮੈਂ ਲੱਭਦਾ ਸੀ ਕਿ ਮੈਂ ਆਪਣਾ ਸਾਡਾ ਕੋਈ ਗੁਰੂ ਘਰ ਹੋਵੇ। ਸਮੈਦਿਕ ਗੁਰੂ ਘਰ ਸਭ ਤੋਂ ਪਹਿਲਾਂ ਬਣਿਆ ਸੀ, ਇਹ ਸਿੱਖ ਟੈਂਪਲ, ਗੁਰੂ ਨਾਨਕ ਸਿੱਖ ਟੈਂਪਲ, ਜਿੱਥੇ ਉਹ ਸਾਰਿਆਂ ਦਾ ਸਾਂਝਾ ਸੀ। ਜਿਸ ਤਰ੍ਹਾਂ ਕਿ ਸਾਡੇ ਮਹਿੰਦਰਪਾਲ ਜੀ ਨੇ ਦੱਸਿਆ ਕਿ ਉਹ ਇੱਕ ਗੁਰਦੁਆਰਾ ਲਿਸਟਡ ਵਿੱਚ ਆ ਜਿੱਥੇ ਸਾਰੀਆਂ ਕਮਿਊਨਿਟੀਆਂ ਜਾਂਦੀਆਂ। ਬਿਲਕੁਲ, ਇਸੇ ਤਰ੍ਹਾਂ ਹੀ ਇੱਥੇ ਸਮੈਦਿਕ ਦੇ ਵਿੱਚ ਸ਼੍ਰੀ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ ਇਸੇ ਤਰ੍ਹਾਂ ਜਾਂਦੇ ਸੀ। ਹਾਲਾਤ ਇਦਾਂ ਦੇ ਆ ਗਏ ਕਿ ਉੱਥੇ ਰੌਲਾ ਰੱਪਾ ਪੈਣ ਲੱਗ ਗਿਆ ਜਾਤ ਪਾਤ ਦਾ। ਮੇਹਰ ਸਿੰਘ, ਆਪਣੇ ਸ਼੍ਰੀ ਮੇਹਰ ਸਿੰਘ ਜੀ ਸਾਡੇ ਸੁਰਗਵਾਸ ਹੋ ਗਏ, ਉਹ ਉੱਥੇ ਦੇ ਪ੍ਰਧਾਨ ਸੀ। ਸ਼੍ਰੀ ਅਮਰ ਸਿੰਘ ਸਾਡੇ ਵਿੱਚ ਰਹੇ ਨਹੀਂ, ਉੱਥੇ ਦੇ ਉਹ ਪ੍ਰਸ਼ਾਦ ਵੰਡਣ ਵਾਲੇ ਸੀ। ਹਾਂਜੀ, ਸਾਰੇ ਗੱਲ ਕੀ ਸੇਵਾ ਕਰਨ ਦੀ ਉਹਨਾਂ ਦੀ ਭਾਵਨਾ ਸੀ, ਪਰ ਲੋਕਾਂ ਦੇ ਵਿੱਚ ਇਦਾਂ ਦੀ ਆ ਗਈ ਕਿ ਜਾਤ ਪਾਤ ਵਾਲੀ ਗੁਰਦੁਆਰੇ ਦੇ ਵਿੱਚ। ਜਦੋਂ ਉਹ ਰੌਲਾ ਰੱਪਾ ਜ਼ਿਆਦਾ ਪੈਣ ਲੱਗਿਆ, ਇਹ ਮੱਥਾ ਟੇਕ ਕੇ ਬਾਹਰ ਆ ਗਏ ਬਈ ਇਹ ਸਾਡੇ ਨਾਲ ਬਹੁਤ ਜ਼ਿਆਦਤੀ ਹੋ ਰਹੀ ਆ।
ਤੇ ਗੁਰਦੁਆਰੇ ਆਪਣੀ ਆਪਣੀ ਕਮਿਊਨਿਟੀਆਂ ਨਾਲ ਆਪਣੇ ਬਣਾਉਣ ਲੱਗ ਪਏ। ਕੁਮਾਰ ਬਰਾਦਰੀ ਨੇ ਗੁਰਦੁਆਰਾ ਬਣਾ ਲਿਆ, ਸਾਡੇ ਗੁਰੂ ਰਵਿਦਾਸ ਨਾਮ ਲੇਵਾ ਨੇ ਆਪਣਾ ਗੁਰਦੁਆਰਾ ਬਣਾ ਲਿਆ। ਦੇਖੋ ਇਹ ਸਾਨੂੰ ਜਿਹੜਾ ਸਾਡੇ ਨਾਲ ਬਹੁਤਾ ਹੀ ਅਤਿਆਚਾਰ ਹੀ ਹੋਣ ਲੱਗਿਆ ਗੁਰਦੁਆਰੇ 'ਚ, ਤਾਂ ਲੋਕਾਂ ਉਸ ਵੇਲੇ ਦੀ ਮਜਬੂਰੀ ਸੀ ਕਰਕੇ ਉਹ ਬਣਾਉਣੇ ਸ਼ੁਰੂ ਕੀਤੇ। ਮੈਂ ਜਦੋਂ ਤੋਂ ਆਇਆ, ਮੈਂ ਸ਼੍ਰੀ ਗੁਰੂ ਰਵਿਦਾਸ ਕਲਚਰ ਐਸੋਸੀਏਸ਼ਨ ਦੇ ਨਾਲ ਅਟੈਚ ਹੋਇਆ। ਉਸ ਵੇਲੇ ਸਾਡੇ ਗੁਰਮੀਤ ਚੰਦ ਸੁਮਨ ਜੀ, ਮਾਸਟਰ ਸੰਤਾ ਸਿੰਘ ਜੀ, ਗੁਰਦੇਵ ਬਾਗਾ ਜੀ ਤੇ ਸੀਗੇ ਆਪਣੇ ਲੁਟਨ, ਪਰ ਇਹਨਾਂ ਦੀ ਬਦੌਲਤ ਇਹਨਾਂ ਨੇ ਬੜੀ ਮਿਹਨਤ ਕੀਤੀ, ਬੜੀ ਨੱਠ-ਭੱਜ ਕੀਤੀ। ਘਰਾਂ ਤੋਂ ਇੱਕ ਪੌਂਡ 50 ਪੈਨੀਆਂ ਇਕੱਠੀਆਂ ਕਰਕੇ ਤਾਂ ਜਿਹੜਾ ਅੱਜ ਯੂਨੀਅਨ ਰੋਡ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਸਾਡਾ ਗੁਰਦੁਆਰਾ ਆ, ਉਹ ਅਸੀਂ ਖਰੀਦੀ, ਜਗ੍ਹਾ ਲੈ ਲਈ। ਕਾਫੀ ਉੱਥੇ ਮਿਹਨਤ ਉਹਨਾਂ ਨੇ ਕੀਤੀ। ਜਿਨ੍ਹਾਂ ਦਾ ਅੱਜ ਪ੍ਰੋਗਰਾਮ ਤੁਸੀਂ ਗੱਲ ਕਰਦੇ ਆ, ਸ਼੍ਰੀ ਤੁਲਸੀ ਦਾਸ ਜੀ ਸਾਡੇ ਵਿੱਚ ਰਹੇ ਨਹੀਂ। ਮੈਂ ਆਪਣਾ ਦੁੱਖ ਜ਼ਾਹਰ ਕਰਦਾ ਕਿ ਮੈਂ ਉਹਨਾਂ ਦੇ ਨਾਲ ਜਦੋਂ ਪ੍ਰਧਾਨ ਬਣਿਆ ਤਾਂ ਮੈਂ ਉਹਨਾਂ ਨਾਲ ਸਟੇਜ ਸੈਕਟਰੀ ਸੀਗਾ। ਸੋ ਖੈਰ ਇਹ ਸਾਰੀ ਸਮੁੱਚੀ ਸੰਗਤ ਨੇ, ਇਹ ਨਹੀਂ ਕਿ ਇੱਕ ਨੇ, ਪੈਣੀ ਇਕੱਠੀ ਕਰਕੇ ਉਹ ਗੁਰਦੁਆਰਾ ਹੋਣ ਦੇ ਵਿੱਚ ਆਇਆ। ਮੈਂ ਉਦੋਂ ਇਹਨਾਂ ਦੇ ਨਾਲ ਸਟੇਜ ਸੈਕਟਰੀ। ਪਰ ਬਦਲ ਸਾਹਿਬ ਇੱਕ ਮੈਂ ਤੁਹਾਨੂੰ ਇਹ ਗੱਲ ਇਹ ਪੁੱਛਾਂ ਕਿ ਜਿੱਥੇ ਤੁਸੀਂ ਉਸ ਵੇਲੇ ਹਾਲਾਤਾਂ ਦੇ ਵਿੱਚ ਬਹਿਣ ਦੇ ਇੱਦਾਂ ਦੇ ਹਾਲਾਤ ਬਣ ਗਏ ਕਿ ਤੁਹਾਨੂੰ ਇਹ ਸਾਰਾ ਕੁਝ ਕਰਨਾ ਪਿਆ, ਉਹਦੇ ਬਾਵਜੂਦ ਵੀ ਤੁਸੀਂ ਫਿਰ ਬਾਕੀ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦਿੱਤਾ। ਤੁਸੀਂ ਬਾਕੀ ਸਭਾ ਸੁਸਾਇਟੀਆਂ, ਗੁਰਦੁਆਰੇ ਦੀਆਂ ਕਮੇਟੀਆਂ ਦੇ ਨਾਲ ਮੇਲ ਵਰਤਨ ਕਰਕੇ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਣਾ, ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਬੁਲਾਉਣਾ, ਇਹ ਜਾਰੀ ਰਿਹਾ। ਇਹ ਦੇਖੋ ਜੀ, ਜਿਹੜੇ ਸੂਝਵਾਨ ਸੱਜਣ ਸੀ, ਇਹ ਗੁਰਦੁਆਰੇ ਜਿਹੜੇ ਆ ਵਿਸ਼ਵ ਦੇ ਸਾਂਝੀ ਆ, ਸਾਰੀ ਦੁਨੀਆ ਦੇ ਸਾਂਝੀ ਆ। ਕੋਈ ਇਹ ਨਹੀਂ ਗੱਲ ਕਹਿ ਸਕਦਾ। ਸਾਡੇ ਗੁਰਦੁਆਰਿਆਂ ਦੇ ਵਿੱਚ ਆਲੇ ਦੁਆਲੇ ਸਾਰੀ ਕਮਿਊਨਿਟੀ ਵਸਦੀ ਆ ਔਰ ਸਾਰੇ ਲੋਕ ਸਾਂਝੀ ਵਾਲਤਾ ਰੱਖੀ ਆ। ਉਹ ਬਾਕੀ ਕਮਿਊਨਿਟੀਆਂ ਦੇ ਲੋਕਾਂ ਨਾਲ ਸਹਿਯੋਗ ਦਿੱਤਾ ਔਰ ਉੱਥੇ ਆਏ, ਬਿਲਕੁਲ, ਤੇ ਅੱਜ ਤੱਕ ਵੀ ਆਉਂਦੇ ਆ। ਇਹ ਨਹੀਂ ਗੱਲ ਹੈ ਕਿ ਨਹੀਂ ਆਉਂਦੇ। ਸੋ ਹੀ ਇਦਾਂ ਦਾ ਵਿਤਕਰੇ ਵਾਲੀ ਗੱਲ ਸਾਡੇ ਤਾਂ ਉੱਥੇ ਵਿੱਚ ਕੋਈ ਸੀਗੀ ਹੀ ਨਹੀਂ। ਤੇ ਉਹ ਜਿਹੜਾ ਕੰਮ ਚੱਲਿਆ, ਉਹਦੇ ਬਾਅਦ ਸਾਡੇ ਯੂਕੇ ਸਭਾ ਜਿਹੜੀ ਸਥਾਪਿਤ ਹੋਈ ਆ, ਇਹ ਬਾਬੂ ਅਮਰਚੰਦ ਜੀ ਸੀ, ਹਰਚੰਦ ਦਾਸ ਵਿਰਦੀ ਜੀ ਸੀਗੇ। ਉਹਨਾਂ ਸਿਆਣੇ ਮਹਾਂਪੁਰਸ਼ਾਂ ਤੋਂ ਇਹਨਾਂ ਨੇ ਸਮਝਿਆ ਕਿ ਸਾਡੀ ਇੱਕ ਸਾਰੇ ਇੰਗਲੈਂਡ ਦੇ ਵਿੱਚ ਸਾਰੇ ਗੁਰਦੁਆਰਿਆਂ ਦੀ ਇੱਕ ਸਭਾ ਚਾਹੀਦੀ, ਜਿਹੜੇ ਕਿ ਅਸੀਂ ਔਖੀ ਸੌਖੀ ਵੇਲੇ ਆਪਾਂ ਇਕੱਠੇ ਹੋਈਏ, ਕੌਮ ਨੂੰ ਇਕੱਠੇ ਕਰ ਸਕੀਏ, ਆਪਣਾ ਦੁੱਖ ਸੁੱਖ ਉਹਨਾਂ ਨਾਲ ਵੰਡ ਸਕੀਏ, ਆਪਣਾ ਦੁੱਖ ਦੱਸ ਸਕੀਏ। ਉਹ ਇਹ ਮਿਸ਼ਨ ਸੀ ਇਹਦੇ ਅੱਗੇ। ਸੋ ਇਹ ਬੜੀ ਵੱਡੀ ਗੱਲ ਹੋਈ। ਹੌਲੀ ਹੌਲੀ ਇਹ ਚਲਦੀ ਸਾਡੇ ਵਿੱਚ ਮੇਰੇ ਵੱਡੇ ਭਰਾ ਬਜ਼ੁਰਗ ਉਹ ਰਹੇ ਨਹੀਂ, ਤੇ ਖੈਰ ਉਹਨਾਂ ਦੇ ਬਦੌਲਤ ਇਹ ਚੱਲਿਆ ਆ ਕੰਮ, ਤੇ ਅੱਜ ਤੱਕ ਯੂਕੇ ਸਭਾ ਚੱਲ ਰਹੀ ਆ। ਮੈਂ ਦੇਖੋ ਗੁਰੂ ਘਰ ਦਾ ਇੱਥੇ ਦਾ ਪ੍ਰਧਾਨ ਵੀ ਰਿਹਾ। ਯੂਕੇ ਸਭਾ ਦਾ ਮੈਂ ਜਨਰਲ ਸੈਕਟਰੀ 85 ਦੇ ਵਿੱਚ, ਬਿਲਕੁਲ 85 ਦੇ ਵਿੱਚ ਮੈਂ ਜਨਰਲ ਸੈਕਟਰੀ, ਮੈਨੂੰ ਸੰਗਤ ਨੇ ਯੂਕੇ ਦੀ ਨੇ ਬਣਾਇਆ। ਮੈਂ ਬਦਲ ਸਾਹਿਬ ਜੇ ਇੱਥੇ ਤੁਹਾਨੂੰ ਇੱਕ ਰੋਕ ਕੇ ਗੱਲ ਪੁੱਛਾਂ ਕਿ ਤੁਹਾਡਾ ਬਹੁਤ ਵਧੀਆ ਯੋਗਦਾਨ ਰਿਹਾ, ਕਿਉਂਕਿ ਪਹਿਲੀ ਵਾਰ ਉਸ ਵੇਲੇ ਜਿਹੜਾ ਦੁਨੀਆ ਦੇ ਵਿੱਚ ਮੰਨੇ ਪ੍ਰਮੰਨੇ ਰਾਗੀ ਸਨ, ਕੁਆਲ ਸਨ, ਸਰਗਵਾਸੀ ਨੁਸਰਤ ਫਤਿਹ ਅਲੀ ਜੀ, ਉਹਨਾਂ ਤੋਂ ਤੁਸੀਂ ਇੱਕ ਬਹੁਤ ਵਧੀਆ ਕੁਆਲੀਆਂ ਦੀ ਇੱਕ ਕੈਸਟ ਐਲਬਮ ਬਣਾਈ ਸੀ, ਜਿਹੜੀ ਅੱਜ ਵੀ ਉਨੀ ਵਧੀਆ ਹੈ ਜਿੰਨੀ ਉਸ ਵੇਲੇ ਸੀ। ਮੈਂ ਤੁਹਾਡੇ ਨਾਲ ਇਸ ਗੱਲ ਤੇ ਮਸਲੇ ਤੇ ਫੇਰ ਆਉਣਾ, ਤੋਂ ਕਿਉਂਕਿ ਤੁਹਾਡੀ ਸੇਵਾ ਬਹੁਤ ਹੈ, ਜਿੰਨੀਆਂ ਤੁਸੀਂ ਗਿਣਾਉਣ ਲੱਗੋ ਤਾਂ ਬਹੁਤ ਲੰਬੀ ਲਿਸਟ ਬਣਦੀ ਆ, ਕਿਉਂਕਿ ਤੁਹਾਡੀ ਸੇਵਾ ਬਹੁਤ ਹੈ। ਦੇਖੋ ਜੀ, ਇਹ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਬਾਣੀ ਆ ਜੀ, ਸਾਰੇ ਗੁਰੂਆਂ ਦੀ, ਸਾਰੇ ਭਗਤਾਂ ਦੀ, ਇਹ ਇੱਕ ਬਹੁਤ ਵੱਡਾ ਵਿਸ਼ਵ ਨੂੰ ਸੁਨੇਹਾ ਆ। ਪਰ ਇੱਕ ਡਿਫਰੈਂਟ ਗੱਲ ਹੋਈ ਕਿ ਮੇਰੇ ਦੋਸਤ ਸੀਗੇ ਜਗੀਰ ਚੌਹਾਨ। ਜਗੀਰ ਚੌਹਾਨ ਮੇਰਾ ਬਹੁਤ ਦੋਸਤ ਸੀ, ਜਿਹੜਾ ਕਿ ਰਾਤ ਦਿਨ ਮੈਨੂੰ ਸ਼ੌਕ ਸੀਗਾ ਉਹਦੀ ਕਵਿਤਾ ਸੁਣਨ ਦਾ, ਔਰ ਹਿੰਦੀ, ਉਰਦੂ, ਪੰਜਾਬੀ ਦਾ ਇੱਕ ਬਹੁਤ ਵੱਡਾ ਉਹ ਕਵੀ ਸੀਗਾ ਔਰ ਲੇਖਕ ਸੀ। ਮੈਂ ਉਹਦੇ ਗਲ ਪੈ ਗਿਆ। ਮੈਂ ਕਿਹਾ ਦੇਖੋ ਬਈ ਨਸਰਤ ਫਤਿਹ ਅਲੀ ਜੀ ਆਏ ਆ, ਬਈ ਉਹਨਾਂ ਤੋਂ ਕਰਾਉਣਾ ਚਾਹੁੰਦਾ। ਬਿਲਕੁਲ ਵਦਨ ਸਾਹਿਬ, ਉਹ ਮੈਂ ਇੱਥੇ ਘਰ ਘਰ ਅੱਜ ਵੱਜਦੀਆਂ ਨੇ, ਦੇਸ਼ਾਂ ਵਿਦੇਸ਼ਾਂ 'ਚ ਵੱਜਦੀਆਂ ਨੇ। ਉਹਦੀ ਵਧਾਈ ਤੁਹਾਨੂੰ ਬਿਲਕੁਲ ਜਾਂਦੀ ਆ। ਜਿੰਨਾ ਚਿਰ ਉਹ ਕੈਸਟ ਵੱਜੂਗੀ, ਭਗਵਾਨ ਦਾਸ ਬੱਦਨ ਦਾ ਨਾਂ ਨਾਲ ਜ਼ਰੂਰ ਲੋਕ ਯਾਦ ਕਰਨਗੇ, ਕਿਉਂਕਿ ਉਸ ਵੇਲੇ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ, ਅਬਰੋਡ ਦੇ ਵਿੱਚ ਤੁਸੀਂ ਬਤੌਰ ਜਨਰਲ ਸੈਕਟਰੀ ਵਿਚਰ ਰਹੇ ਸੀ, ਔਰ ਤੁਹਾਡੀ ਬਹੁਤ ਵਧੀਆ ਉਹਦੇ 'ਤੇ ਇੱਕ ਮਿਹਨਤ ਹੋਈ ਹੈ। ਤੁਹਾਡੇ ਬਹੁਤ ਵਧੀਆ ਤੁਹਾਡਾ ਯੋਗਦਾਨ ਰਿਹਾ। ਔਰ ਆਪਾਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੋਰ ਕਰਨੀਆਂ ਨੇ, ਆਪਾਂ ਅੱਗੇ ਹੋਰ ਗੱਲਾਂ ਕਰਨੀਆਂ, ਤੇ ਜੇ ਮੈਂ ਵੀ ਸਾਹਿਬ ਤੋਂ ਜਾਣ ਤੋਂ ਪਹਿਲਾਂ ਮੈਂ ਇੱਕ ਜੀ ਗੱਲ ਕਹਾਂ ਕਿ ਗੁਰਬਾਣੀ ਦੇ ਵਿੱਚ ਇੱਕ ਹਰ ਸ਼ਬਦ ਦੇ ਵਿੱਚ
ਇੱਕ ਸ਼ਬਦ ਦੇ ਵਿੱਚ ਬਹੁਤ ਵੱਡੀ ਵਿਆਖਿਆ। अव्वल अल्लाह नूर अपाया कुदरत के सब बंदे एक नूर ते सब जग उपया कौन पने को मंदे। बहुत सारे उतराव चढ़ाव जिंदगी चाहते हैं, बहुत सारे समीकरण बदलते हैं, बहुत सारे सरकमस्टांसिस इदां दे बन जाते हैं कि तुहानूं कई बारी भरावां दे विच भी कई बारी रोसा मोटापा आ जाता है, पर वो खत्म भी हो जाता है। ये भाईचारक सांझ जिहड़ी आ, जिथे असीं जदों गुरु रविदास जी महाराज की गल करते हैं, गुरु ग्रंथ साहब जी महाराज की गल करते हैं, तो जे असीं इस विचारधारा नूं लईए तो सानूं कोई भी नखेड़ नहीं सकता। वो भाईचारक सांझ भावें थोड़े चिर लई फिक्की पै जाए पर मुड़ के फिर वो बन जाती है। मैमी साहब जे असीं जिहड़ी अज बेगमपुरे की गल हो रही है, समानता की बराबरता की भाईचारक सांझ की गल हो रही है, तुहाडा बहुत लंबा तजर्बा है कौम दे विच काम करदा, की वजह है कि जिहड़ी गल 6 सदियां तो चली आ रही है, जिहदे ते सारियां ही जोतां ने बहुत वधिया संदेश उपदेश दिते ने और लोकां नूं उहदे नाल जोड़िया, जिन्नी भी लुकाई सी उहदी जिहड़ी सफलता आ वो इन्नी स्लो क्यों हो रही है, की वजह है, तुहाडा तजर्बा की कहता है? गुरु जी सब तो पहले तो ਸਮੁੱਚੀ ਰਵਿਦਾਸੀਆ ਕੌਮ ਦਾ, ਰਵਿਦਾਸੀਆ ਵਰਗ ਦਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਕ ਬਹੁਤ ਗੂੜਾ ਤੇ ਗਹਿਰਾ ਸੰਬੰਧ ਆ। ਕਿਉਂ ਸੰਬੰਧ ਹੈ ਕਿ ਸਾਹਿਬ ਸ਼੍ਰੀ ਰਵਿਦਾਸ ਮਹਾਰਾਜ ਦੀ ਜੋ ਬਾਣੀ ਹੈ, ਉਹਨਾਂ ਦੇ ਮੁਖਾਰਬਨ ਤੋਂ ਚਾਰ ਹੀ ਬਾਣੀ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਤੋਂ ਉਪਰੰਤ ਇਹ ਇੱਕੋ ਇੱਕ ਮਹਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜੋ ਸਮੁੱਚੀ ਮਾਨਵਤਾ ਨੂੰ, ਚੇਚੇ ਤੌਰ ਤੇ ਪੰਜਾਬੀ ਭਾਈਚਾਰੇ ਨੂੰ, ਪੰਜਾਬੀਅਤ ਨੂੰ ਏਕਤਾ ਦਾ ਜਿਹੜਾ ਸੰਦੇਸ਼ਾ ਪਹੁੰਚਾਉਂਦਾ ਹੈ ਅਤੇ ਸ਼ਾਂਤੀ ਦਾ ਸੰਦੇਸ਼ਾ ਪਹੁੰਚਾਉਂਦਾ ਹੈ ਅਤੇ ਸਾਰੇ ਹੀ ਭਾਈਚਾਰਿਆਂ ਨੂੰ ਇੱਕ ਮੰਚ ਤੇ ਇਕੱਤਰ ਹੋ ਕੇ ਬੈਠਣ ਦਾ ਬਹੁਤ ਵੱਡਾ ਉਪਦੇਸ਼ ਦੇ ਰਿਹਾ ਹੈ। ਪੰਜਾਬ ਦੇ ਵਿੱਚ ਜਿੰਨੇ ਵੀ ਵਰਗ ਹਨ, क्योंकि बहुत हद तक उसे जात पात खत्म हो चुकी है। जात पात क्यों खत्म हुई है, जो अज आपां संकल्प जो अपना मुद्दा रखा है बेगमपुरे का, कि लोगों के जहन दे विच वो बेगमपुरे का शब्द गम तो रहत, धनाड़ सचेत हो गया, गरीब वर्ग उन्होंने मन विच आ गई। साहिब श्री रविदास महाराज की बाणी ते साहिब श्री गुरु ग्रंथ साहिब की बाणी उन्होंने उसनूं विचार करने लई जोर पाया। अज पिंड पिंड दे विच साहिब श्री गुरु ग्रंथ साहिब का प्रकाश है। सवेर नूं जपजी साहिब जी के जाप हुंदे हन, शाम नूं रहरास रास्ते दी जापदे हुंदे हन, तो वो जिहड़ी बाणी है लोकां दे हिरदे विच जांदी है। ते बेगमपुरा दा जो संकल्प है वो काफ़ी हद तक अजे होर बहुत करने वाला है, बहुत कुछ करने वाला है। पंजाब दे विच असीं कह सकते हाँ भी आपां काफ़ी सफल होए हाँ, पर क्योंकि गुरु नानक देव महाराज की, गुरु रविदास महाराज की, सतगुरु रामदास महाराज की, पंजवीं पातशाही गुरु नानक देव महाराज की पवित्र जोत उन्होंने सोच है। जे आप उत्तर प्रदेश चलीए उधर बहुत कम करने वाला है, हिमाचल प्रदेश के बहुत कम करने वाला है, उत्तराखंड के बहुत कम करने वाला है, राजस्थान के बहुत कम करने वाला है, क्योंकि वो लोगों को ਜਿਹੜੇ ਅਗਿਆਨਤਾ ਦੇ ਅਧੀਨ ਹੋ ਕੇ ਚੱਲ ਰਹੇ ਹਨ, ਜੇ ਲਕੀਰ ਦੇ ਫਕੀਰ ਬਣੇ ਹੋਏ ਹਨ, ਉਹਨਾਂ ਨੂੰ ਆਪਾਂ ਅਗਿਆਨਤਾ ਤੋਂ ਕੱਢਣਾ ਹੈ। ਕੱਢਣਾ ਜਿਹੜਾ ਹੈ ਉਹ ਬਾਣੀ ਦੁਆਰਾ ਕੱਢਣਾ ਹੈ। ਮੈਮ ਜੀ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਟਰੇ। ਆਪਾਂ ਗੱਲ ਨੂੰ ਜਾਰੀ ਰੱਖਾਂਗੇ, ਪਰ ਆਪਾਂ ਇੱਕ ਥੋੜੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ। ਮੇਰੇ ਦਰਸ਼ਕੋ ਮਿਲਦੇ ਹਾਂ ਬ੍ਰੇਕ ਦੇ ਉਸ ਪਾਰ, ਬ੍ਰੇਕ ਥੋੜੇ ਸਮੇਂ ਲਈ। द कॉन्फ्रेंस स्वीट, जिथे 1000 ਤੋਂ ਵੱਧ ਮਹਿਮਾਨਾਂ ਦੇ ਬੈਠਣ ਦਾ ਇੰਤਜ਼ਾਮ ਹੈ। ਉੱਪਰ ਹਾਲ ਵਿੱਚ 350 ਮਹਿਮਾਨ ਬੈਠ ਸਕਦੇ ਹਨ। ਵਿਆਹ, ਸ਼ਾਦੀ, ਬਰਥਡੇ ਪਾਰਟੀ ਜਾਂ ਖੁਸ਼ੀ ਦੇ ਟਾਈਮ ਤੇ ਬੁਕਿੰਗ ਕਰਾਉਣ ਲਈ ਇੱਕੋ ਇੱਕ ਨਾਮ ਯਾਦ ਰੱਖੋ, ਦ ਕॉन्फ्रेंस स्वीट। ਬੁਕਿੰਗ ਕਰਾਉਣ ਲਈ ਇਸ ਨੰਬਰ ਤੇ ਫੋਨ ਕਰੋ 0121 553 5655।
Legacy specializes in wills, trusts, and estate planning. We have a highly qualified team of solicitors and tax accountants with over 40 years of professional experience. A member of the Legacy team will visit you in the comfort of your home and provide you with a free will and trust report prepared by our legal and tax specialists. For your free Legacy will report and to work with honest and fully compliant professionals, providing you and your family peace of mind for generations to come, then call Legacy now on 08 455 96 96 96. KTC Pure Butter Ghee is made from the finest quality butter. It's perfect for frying and cooking all types of foods, especially sweets and parathas. Oh, parathas and dal makhani. KTC Pure Butter Ghee. Begumpura शहर को मेरे दर्शकों, प्रोग्राम बेगमपुरा विच ब्रेक तो बाद आप जी का स्वागत है। मैमी जी जिथे गल छड्डी सी ब्रेक तो पहला उत्थों आप शुरू करते हैं। मैमी जी तुसी गल कर रहे थे कि साडे जिहड़ा बहुत सारा काम करन वाला आ, असी पंजाब दे बाकी सूबियां दे विच हिंदुस्तान दे बहुत काम करन दी लोड़ है, इन्हां मुल्कां विच भी बहुत काम करन दी लोड़ है। भावें इन्हां मुल्कां दे विच लोग बड़े सियाणे ने, बड़े पढ़े लिखे ने और खास करके इस सेंचुरी विच लोग उहदी अहमियत नूं समझदे ने। मीडिया का युग है, साइंस का युग है, पर फिर भी बहुत सारा काम करने वाला है। की कहना गुरु जी आप गल उत्थों शुरू करते हैं जी कि साहिब श्री गुरदास महाराज जो बेगमपुर का संकल्प सी जी, बाकी प्रांतां दे विच बहुत काम करने की लोड़ है जी। कोई साडी श्री गुरदास वा यूके यूरोप एंड अब्रोड जिहदे विच पहले सेवादारां ने बहुत बड़ा योगदान पाया, जिहदे विच साडे श्याम चंद करतारपुर तो हरनाम सिंह लाखा बिलन हाल जो रहे, उन्होंने एक बहुत धार्मिक किताब लिखी सी गुरु रविदास दीप जी, बहुत बड़ा योगदान पा के गुरबाणी दे लड़ सारे ने समुची रविदासिया कौम नूं लाउण दी कोशिश की है। ते सतगुरु रविदास महाराज ने अपनी बेगमपुरा दे शब्द दे विच कीते पिया, कह रविदास खलास च मारा जो हम सैरी सो मीत हमारा, सारे वर्ग नूं इह स्नेहा दिता, सच्चा सुच्चा उपदेश दिता कि जो मेरी बाणी नूं गुरु की बाणी नूं साहिब श्री गुरु ग्रंथ साहिब की बाणी नूं अपने मन में अपनाऊगा, बसाऊगा, उहदे उपर चलण की कोशिश करूगा, उहदे उपर चलूगा, उही मेरा मित्र है, उही मेरा श्रद्धालु आ, उही साहिब श्री गुरु ग्रंथ साहिब का श्रद्धालु आ, उही मेरा सच्चा सुच्चा सेवादार आ। इत्थे देखो गुरु नानक देव महाराज को साहिब श्री गुरु ग्रंथ साहिब संत मत की गल करते हैं। साहिब श्री गुरु ग्रंथ साहिब अंग दर्शन 1230 स्वामी सो प्रसन्न पए, स्वामी सो प्रसन्न पए, जन्म मरण दुख गए, संतन के चरण लग नानक गुण गाई। संतन के चरण लग नानक गुण गाई। गुरु नानक देव महाराज ने भी महापुरुषों की संतां की उपमा की है। तो उस समय के महान प्रसिद्ध संत कौन सन? सतगुरु कबीर जी, सतगुरु रविदास महाराज जी, नामदेव जी, तलोचन जी, सदना जी, सैन जी, बैणी जी, धन्ना जी, ये सारे महापुरुष सन। और इन्हां सारियां दी जिहड़ी सोच सी, जे इन्हां दा संकल्प सी, ये बाकी बाणी नूं आपां पढ़ के देखिए तो एक बेगमपुरे दा संकल्प सी। और बेगमपुरा अपने सेवादारां दे विच गुरबाणी नाल जोड़ के इन्हां दे जहन दे विच, इन्हां दे दिमाग दे विच, इन्हां दे दिल दे विच, इन्हां दे शरीर दे विच ये बेगमपुरा गुरबाणी दे नाल दुआरा आपां किस तरह बसाउणा है। हुण श्री रविदास वा यूके यूरोप एंड अब्रोड बहुत बड़े इन्हें उपराले किए, बहुत बड़ियां प्राप्तियां कीतियां, पर अजे होर बहुत सारे काम करने वाले हैगे आ, क्योंकि सानू सोशल वैलफेयर सैकटरी होने के नाते दे बहुत सेवा करने की लोड़ है, क्योंकि असीं तां तुछ सेवादार हाँ, कोई इन्नी बड़ी हिम्मत नहीं है, क्योंकि ये सतगुर की बख्शिश है, उही कराउंदा है, उही करदा है। जी ये गल ना हुंदी, ये गल ना हुंदी ते गुरु अर्जन देव महाराज जिहड़े महान संत सी, जे आपां कहिए कि भी तुसीं महान संत कहंदे हो, किस तरह कहंदे हो? सूई महला पंजवां, जदों सतगुरु अर्जन देव महाराज जी हरमंदर साहिब, हरि दा मंदिर,
ਹਰਮੰਦਰ ਸਾਹਿਬ ਦੀ ਜੋ ਕਾਰ ਸੇਵਾ ਕਰਾ ਜਾ ਰਹੇ ਨੇ, ਕਿਉਂਕਿ ਇਹ 5 ਭੁੱਤ ਚੋਲਾ ਹੈ, ਕਦੋਂ ਵੀ ਇਸ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਸਕਦੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਫਰਮਾਇਆ, ਸੰਤਾਂ ਕੇ ਕਾਰਜ ਆਪ ਕਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਿਆ ਜਗ ਅੰਤਰ, ਲਾਥੇ ਸਗਲ ਬਸੂਰੇ, ਪੂਰਨ ਪੁਰਖ ਅਚੁੱਧ ਬਨਾਸੀ, ਜਸ ਵੇਦ ਪ੍ਰਾਨੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਬਿਲਕੁਲ ਮੈਮੀ ਜੀ, ਤੁਹਾਡੀ ਇਹ ਜਿਹੜੀ ਵਿਚਾਰਧਾਰਾ, ਜਿਹੜੀ ਤੁਸੀਂ ਗੱਲ ਗੁਰਬਾਣੀ ਦੀ ਗੱਲ ਕੀਤੀ ਹੈ, ਗੁਰਬਾਣੀ ਦੇ ਵਿੱਚ ਹਜ਼ਾਰਾਂ ਉਦਾਹਰਨਾਂ, ਮੈਂ ਕਹਾਂ ਕਿ ਹਰ ਸ਼ਬਦ ਵਿੱਚ ਇੱਕ ਬਹੁਤ ਵੱਡੀ ਉਦਾਹਰਣ ਮਿਲਦੀ ਹੈ, ਪਰ ਉਹ ਉਦਾਹਰਣ ਅਸੀਂ ਜੀਵਨ ਵਿੱਚ ਢਾਲਣੀ ਹੈ, ਪਰ ਉਹਦੇ ਉੱਤੇ ਚੱਲਣਾ ਹੈ ਤੇ ਬਾਕੀ ਸਮਾਜ ਨੂੰ ਅਸੀਂ ਉਹਦੇ ਯੋਗ ਬਣਾਉਣਾ ਹੈ। ਇਹੀ ਸੰਕਲਪ ਹੈ ਬੇਗਮਪੁਰ ਦਾ। ਭਾਈ ਸਾਹਿਬ ਇੰਦਰਪਾਲ ਸਿੰਘ ਜੀ, ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਸਮਾਂ ਆਪਣੇ ਮੰਜ਼ਿਲ ਵੱਧ ਰਿਹਾ ਹੈ, ਪਰ ਆਪਾਂ ਨੂੰ ਕਿਹੜੇ ਉਦਮ ਉਪਰਾਲੇ ਕਰਨ ਦੀ ਲੋੜ ਹੈ ਕਿ ਅਸੀਂ ਇਸ ਜਿਹੜਾ ਬੇਗਮਪੁਰ ਦਾ ਸੰਕਲਪ ਹੈ, ਇਹਨੂੰ ਅਸੀਂ ਇਹ ਨਾ ਕਹੀਏ ਕਿ ਸਿਰਫ ਇਹ ਗੁਰੂ ਰਵਿਦਾਸ ਜਾਂ ਕਮਿਊਨਿਟੀ ਤੱਕ ਹੀ ਸੀਮਤ ਹੈ, ਅਸੀਂ ਇਹਨੂੰ ਇਹ ਨਾ ਕਹੀਏ ਕਿ ਇੱਕ ਵਰਗ ਤੱਕ ਸੀਮਤ ਹੈ, ਨਾ ਇਹ ਹਿੰਦੁਸਤਾਨ ਦੀ ਕਿਸੇ ਇੱਕ ਸੂਬੇ ਤੱਕ ਸੀਮਤ ਹੈ, ਇਹ ਦੁਨੀਆ ਦੇ ਕੋਨੇ-ਕੋਨੇ ਤੱਕ ਹੈ। ਅਸੀਂ ਨਾ ਤਾਂ ਗੁਰੂ ਰਵਿਦਾਸ ਜੀ ਮਹਾਰਾਜ ਨੂੰ, ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਨਾ ਸਾਰੀਆਂ ਹੀ ਸ਼ਖਸੀਅਤਾਂ ਨੂੰ ਅਸੀਂ ਅੱਡ-ਅੱਡ ਕਰਕੇ ਨਹੀਂ ਦੇਖ ਸਕਦੇ। ਕਿਹੜੇ ਉਦਮ ਉਪਰਾਲੇ ਕਰਨ ਦੀ ਲੋੜ ਹੈ ਜਿਹਦੇ ਨਾਲ ਅਸੀਂ ਇਹ ਮੈਸੇਜ ਘਰ ਘਰ ਪਹੁੰਚਾ ਸਕੀਏ? ਖਾਲਸਾ ਜੀ, ਤਾਂ ਬੜੀ ਇੱਕ ਸਿੰਪਲ ਜੀ ਗੱਲ ਹੈ ਜੀ, ਕਿਉਂਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਐਡਾ ਵੱਡਾ ਮੈਸੇਜ ਦਿੱਤਾ ਹੈ ਜੀ। ਉਹਨਾਂ ਨੇ 40 ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੇ ਦਰਜ ਨੇ, ਤੇ 41ਵਾਂ ਸ਼ਲੋਕ ਜਿਹੜਾ ਪੰਜਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਉਸਤਤ ਦੇ ਵਿੱਚ ਲਿਖਦੇ ਆ ਜੀ। 40 ਸ਼ਬਦ ਉਹਨਾਂ ਨੇ ਆਪਣੇ, ਤੇ 41ਵਾਂ ਸ਼ਬਦ ਜਿਹੜਾ ਹੈ ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਉਸਤਤ ਦੇ ਵਿੱਚ ਉਚਾਰਨ ਕਰਦੇ ਆ। ਤੇ ਅਸੀਂ, ਮੇਰੇ ਖਿਆਲ ਦੇ ਨਾਲ ਇਹ ਸਾਡੀ ਘਟੀਆ ਸੋਚ ਹੋਊਗੀ ਸ਼ਾਇਦ ਕਿ ਅਸੀਂ ਇਹਨਾਂ ਨੂੰ ਵੱਖਰੇ ਕਿਵੇਂ ਕਰ ਸਕਦੇ। ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ 36 ਮਹਾਂਪੁਰਖਾਂ ਨੂੰ ਇੱਕ ਗੋਦ ਦੇ ਵਿੱਚ, ਇੱਕ ਤਖਤ ਦੇ ਉੱਤੇ ਬਿਠਾਇਆ ਜੀ, ਤੇ ਅੱਜ ਅਸੀਂ ਉਹਨਾਂ ਨੂੰ ਜੇ ਵੱਖਰੇ ਵੱਖਰੇ ਕਰਨ ਦਾ ਸੋਚੀਏ ਤੇ ਅਸੀਂ ਕਿਵੇਂ ਕਰ ਸਕਦੇ ਹਾਂ? ਸਮਝਾਓ ਮੈਨੂੰ, ਕਿਉਂਕਿ ਸਾਡੀ ਕੀ ਹਸੀਅਤ ਹੈ ਕਿ ਅਸੀਂ ਮਹਾਂਪੁਰਖਾਂ ਦੇ ਉਸ ਦਿੱਤੇ ਹੋਏ ਮੈਸੇਜ ਨੂੰ ਇੱਧਰ ਉੱਧਰ ਕਰੀਏ। ਗੁਰੂ ਨਾਨਕ ਮਹਾਰਾਜ ਨੂੰ ਇਕੱਲੇ ਕਰ ਲਾਂਗੇ, ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਕਰ ਲਾਂਗੇ, ਸਤਿਗੁਰੂ ਰਵਿਦਾਸ ਮਹਾਰਾਜ ਕਦੀ ਨਹੀਂ ਹੋ ਸਕਦਾ, ਕਿਉਂਕਿ ਇਹ ਸਾਨੂੰ ਇੱਦਾਂ ਨਹੀਂ ਕਰਨੀ ਚਾਹੀਦੀ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਰਹਿਣਾ ਚਾਹੀਦਾ ਹੈ। ਬਿਲਕੁਲ ਸਾਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਤਦ ਹੀ ਸਾਨੂੰ ਇਹ ਸਰਦਾਰੀਆਂ ਤੇ ਵਜ਼ੀਰੀਆਂ ਮਿਲੀਆਂ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਮਹਾਰਾਜ ਕਹਿੰਦੇ ਸੀ ਵੀ ਅਸੀਂ ਬੇਗਮਪੁਰਾ ਜਿਹੜਾ ਹੈ, ਕਿਉਂਕਿ ਜਿਹੜਾ ਆਪਾਂ ਇਹ ਤਖੱਲਸ ਵੀ ਰੱਖਿਆ, ਇਹਦਾ ਨਾਮ ਵੀ ਰੱਖਿਆ ਇਸੇ ਕਰਕੇ ਬੇਗਮਪੁਰਾ ਰੱਖਿਆ, ਇਹਦੀ ਇੱਕ ਸਾਂਝ ਵਿਲੱਖਣਤਾ ਹੈ, ਕਿਉਂਕਿ ਬੇਗਮਪੁਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਿਰ ਐਸਾ, ਉਹਨਾਂ ਦਾ ਇਹ ਮੈਸੇਜ ਸੀ ਇੱਕ ਕਿ ਮੈਂ ਇੱਕ ਐਸਾ ਚਾਹੁੰਦਾ ਹਾਂ ਰਾਜ ਜਿੱਥੇ ਸਾਰਿਆਂ ਨੂੰ ਬਰਾਬਰਤਾ ਹੋਵੇ, ਕੋਈ ਉੱਥੇ ਕਿਸੇ ਨੂੰ ਡਰ ਨਾ ਹੋਵੇ, ਕੋਈ ਉੱਥੇ ਟੈਕਸ ਨਾ ਹੋਵੇ, ਕੋਈ ਉੱਥੇ ਬਿੱਲ ਨਾ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਮਾਣ ਮਿਲੇ, ਇਹੋ ਜਿਹਾ ਮੈਂ ਚਾਹੁੰਦਾ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਕਰਕੇ ਤੇ ਗੁਰਬਾਣੀ ਦੇ ਅੰਦਰ ਦਰਜ ਹੈ। ਮਹਾਰਾਜ ਨੂੰ ਫੇਰ ਕਹਿੰਦੇ ਵੀ ਤੁਸੀਂ ਇਹ ਤੋਂ ਅੱਗੇ ਹੋਰ ਕੀ ਚਾਹੁੰਦੇ ਆ? ਮਹਾਰਾਜ ਚਾਹੁੰਦੇ ਆ ਵੀ ਅਸੀਂ ਤਾਂ ਇੱਕ ਇਹੋ ਜਿਹਾ ਰਾਜ ਚਾਹੁੰਦੇ ਆ ਜਿੱਥੇ ਕਿਸੇ ਨੂੰ ਵੀ ਕੋਈ ਨਫ਼ਰਤ ਨਾ ਹੋਵੇ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਇਹ 'ਚ ਪ੍ਰਸੰਨਤਾ। ਦੇਖੋ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਰਿਹਾ, ਸਿੱਖ ਰਾਜ 40 ਸਾਲ ਰਿਹਾ, ਤੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜ ਦੀ ਇਸ ਫਿਲਾਸਫੀ ਨੂੰ ਸਮਝਿਆ। ਇਹ ਸਮਝਿਆ ਕਰਕੇ 40 ਸਾਲ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ। 40 ਸਾਲ ਬਹੁਤ ਵੱਡਾ ਅਰਸਾ ਹੁੰਦਾ ਹੈ, 40 ਸਾਲ ਛੋਟੀ ਗੱਲ ਨਹੀਂ ਹੁੰਦੀ। 10ਵੇਂ ਪਾਤਸ਼ਾਹ ਮਹਾਰਾਜ ਨੇ ਸਮਝਿਆ। 10ਵੇਂ ਪਾਤਸ਼ਾਹ ਮਹਾਰਾਜ ਨੇ ਦੇਖੋ ਸਾਰਿਆਂ ਨੂੰ ਇਕੱਠੇ ਕਰਕੇ ਜਦੋਂ ਅਨੰਦਪੁਰ ਦੀ ਧਰਤੀ ਦੇ ਉੱਤੇ ਅੰਮ੍ਰਿਤਪਾਨ ਕਰਾਇਆ ਤੇ ਉੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਰੱਖਿਆ, ਸਾਰਿਆਂ ਨੂੰ ਇਕੱਠੇ ਕੀਤਾ। ਇਹ ਬੇਗਮਪੁਰੇ ਦਾ ਇੱਕ ਸੁਨੇਹਾ ਸੀ ਜਿਹੜਾ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਇਹ ਬੇਗਮਪੁਰਾ ਇਹ ਚਾਹੁੰਦੇ ਸੀ ਕਿ ਇਹੋ ਜਿਹਾ ਹੋਣਾ ਚਾਹੀਦਾ। ਸਾਨੂੰ ਉਹਦੇ ਤੇ ਪਹਿਰਾ ਦੇਣ ਦੀ ਲੋੜ ਆ। ਜੇ ਅਸੀਂ ਉੱਤੇ ਪਹਿਰਾ ਨਾ ਦਿੱਤਾ ਤੇ ਅਸੀਂ ਫਿਰ ਇਦਾਂ ਹੁੰਦਾ, ਖਸਮ ਤੋਂ ਬਗੈਰ ਪਤਾ ਹੀ ਆ ਵੀ ਕੀ ਹਾਲ ਹੁੰਦਾ। ਤੇ ਨਾਲੇ ਜਦੋਂ ਕਿਸੇ ਦਾ ਅਸੀਂ
ਆਪ ਹੀ ਸਮਝ ਲਓ ਜੇ ਆਪਣੇ ਕਿਤੇ ਕੋਈ ਨਾ ਬਰਾਂ ਕਰੇ ਲਾਤੀ ਕੱਟ ਦੇ ਜਾਂ ਕੁਝ ਹੋਰ ਹੋ ਜਾਏ, ਉਹ ਬੰਦਾ ਆਪਣੇ ਆਪ ਨੂੰ ਕੀ ਉਹ ਅੰਗਹੀਣ ਕਹਾਏਗਾ। ਤੇ ਇਦਾਂ ਹੋ ਨਹੀਂ ਸਕਦਾ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹ ਇੱਕ 36 ਮਹਾਂਪੁਰਖਾਂ ਦਾ ਇੱਕ ਥਾਂ ਸੰਗ੍ਰਹਿ, ਇੱਕ ਥਾਂ ਉਹਨਾਂ ਦਾ ਇਕੱਠ, ਇੱਕ ਸਟੇਜ ਤੇ ਇੱਕ ਗੋਦ 'ਚ ਉਹਨਾਂ ਨੂੰ ਅਸੀਂ ਉਹ ਜੇ ਉਹਨਾਂ ਨੇ ਕੱਲੇ ਹੋਣਾ ਸੀ ਤੇ ਪਹਿਲੇ ਮੇਰੇ ਖਿਆਲ ਨਾਲ ਹੋ ਜਾਣਾ ਸੀ, ਕਿਉਂਕਿ ਅਸੀਂ ਉਹਨਾਂ ਨੂੰ ਕਰਨ ਵਾਲੀ ਸਾਡੀ ਇਹ ਕੋਈ ਤਾਕਤ ਨਹੀਂ ਹੈ, ਨਾ ਹੀ ਕੋਈ ਹੋ ਸਕਦੀ। ਮੇਰੇ ਖਿਆਲ ਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਕੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੇ ਸਾਨੂੰ ਇਹ ਦਾਤਾਂ ਬਖਸ਼ੀਆਂ। ਬਿਲਕੁਲ ਭਾਈ ਸਾਹਿਬ ਮਹਿੰਦਰਪਾਲ ਸਿੰਘ ਜੀ, ਇਹ ਬਹੁਤ ਵਧੀਆ ਗੱਲ ਹੈ ਕਿ ਸਾਨੂੰ ਬਿਲਕੁਲ ਅੱਡ ਅਸੀਂ ਕੌਣ ਹੁੰਨੇ ਹਾਂ ਅੱਡ ਕਰਨ ਵਾਲੇ। ਭਾਈ ਸਾਹਿਬ ਜੀ, ਬਦਨ ਸਾਹਿਬ, ਥੋੜੇ ਜਿਹੇ ਸ਼ਬਦਾਂ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੁਰੂ ਜੀ, ਇਹ ਮੇਰੇ ਮਹਿੰਦਰਪਾਲ ਜੀ ਨੇ ਬਹੁਤ ਜੋ ਕਿਹਾ ਬਹੁਤ ਅੱਛਾ ਆ। ਇਹਨਾਂ ਆਪਣੇ ਮੈਮੀ ਸਾਹਿਬ ਨਾਲ ਵੀ ਮੈਂ ਇੱਕ ਤੇ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਪੁੱਛਿਆ ਵੀ ਇਹ ਸਾਡਾ ਕੰਮ ਸਲੋ ਰਿਹਾ ਜੀ, ਹੁਣ ਮੈਨੂੰ ਲੱਗਦਾ ਕਿ ਇਹ ਪਤਵੰਤੇ ਸੱਜਣ ਬਹੁਤ ਸੂਝਵਾਨ ਸੱਜਣ ਹਰ ਜਗ੍ਹਾ ਤੋਂ ਆਏ ਆ। ਸਾਡੇ ਪ੍ਰਧਾਨ ਤਰਸੇਮ ਲਾਲ ਬਾਲੂ, ਉਧਰ ਬਾਗਾ ਜੀ, ਬੰਗੜ ਸਾਹਿਬ, ਮੈਮੀ ਜੀ, ਇਹ ਜਿਹੜੀ ਸਾਡੀ ਗੱਡੀ ਥੋੜੀ ਰੁਕੀ ਹੋ ਸੀਗੀ, ਮੈਨੂੰ ਲੱਗਦਾ ਕਿ ਇਹ ਆਪਣੀ ਹਿੰਮਤ ਦੇ ਨਾਲ ਮਿਹਨਤ ਦੇ ਨਾਲ ਇਹ ਹੁਣ ਚਲਾਉਣਗੇ। ਤੁਹਾਨੂੰ ਪਤਾ ਹੀ ਆ ਕਿ ਮੈਂ ਐਜ਼ ਏ ਜਨਰਲ ਸੈਕਟਰੀ 2 ਵਾਰੀ ਮੈਨੂੰ ਸੰਗਤ ਨੇ ਜਨਰਲ ਸੈਕਟਰੀ ਬਣਾਇਆ। ਪਹਿਲਾਂ ਮੈਂ ਉਹ ਜਿਹੜਾ ਆਪਣਾ ਕਾਲਜ ਆ ਗੁਰੂ ਰਵਿਦਾਸ ਟੈਕਨੀਕਲ ਕਾਲਜ, ਜਿਹੜੀ ਜ਼ਮੀਨ ਲਈ ਆ ਦਰਬਾਰਾ ਸਿੰਘ ਦੇ, ਅਸੀਂ ਗੁੱਟ ਫੜ ਕੇ ਕੈਂਚੀ ਪਾ ਲਈ ਵੀ ਜ਼ਮੀਨ ਲੈਣੀ ਹੈ, ਉਹ ਲੈ ਲਈ। ਬਦਰ ਸਾਹਿਬ ਜੀ, ਮੈਂ ਉੱਥੇ ਜਿਹੜਾ ਗੁਰੂ ਰਵਿਦਾਸ ਟੈਕਨੀਕਲ ਕਾਲਜ ਫਗਵਾੜਾ ਹੁਸ਼ਿਆਰਪੁਰ ਰੋਡ ਦੇ ਉੱਤੇ, ਉੱਥੇ ਕੀ ਕਰਦੇ ਹੋ, ਕਿਹੜੇ ਟ੍ਰੇਡਾਂ 'ਚ? ਹਾਂ, ਮੈਂ ਇਹ ਇੱਥੇ ਆ ਰਿਹਾ ਜੀ। ਮੈਂ ਉਹ ਜ਼ਮੀਨ ਲੈ ਕੇ, ਦੇਖੋ ਦਰਬਾਰਾ ਸਿੰਘ ਨੇ ਇਹ ਆਪਣੇ ਸ਼੍ਰੀ ਤੁਲਸੀ ਜੀ ਸਾਡੇ ਵਿੱਚ ਅੱਜ ਹੈ ਨਹੀਂ, ਬਾਗਾ ਜੀ ਹੈ ਨਹੀਂ, ਇਹ ਨਹੀਂ, ਉਹਨਾਂ ਨੇ ਜਾ ਕੇ ਆਪਣੇ ਕੋਲੋਂ ਆਪਣੇ ਕਿਰਾਇਆ ਲਾ ਕੇ ਤਾਂ ਉਹ ਰਜਿਸਟਰੀ ਕਰਾਉਣ ਉੱਥੇ ਗਏ। ਉਹ ਤੋਂ ਬਾਅਦ ਸਾਰੀ ਸੰਗਤ ਨੇ ਸਾਡੇ ਸੂੰਡ ਜੀ ਜਗਤ ਰਾਮ ਸੂੰਡ, ਜਿਹੜੇ ਕਿ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ, ਉਹ ਉਸ ਵੇਲੇ ਚੇਅਰਮੈਨ ਸੀਗੇ, ਉਹ ਇੱਥੇ ਆਏ। ਇੱਥੇ ਉਦੋਂ ਮੈਂ ਜਨਰਲ ਸੈਕਟਰੀ ਸੀ, ਸਰਦਾਰ ਨਰਿੰਜਨ ਸਿੰਘ ਮੇਰੇ ਨਾਲ ਪ੍ਰਧਾਨ ਸੀ ਸੌਥਾ। ਅਸੀਂ ਉਹਨਾਂ ਨੂੰ ਪੈਸਾ ਜਿੰਨਾ ਵੀ ਹੋਇਆ ਅਸੀਂ ਇਕੱਠੇ ਕਰਕੇ ਆਪਣੇ ਬੁਲਵਰਹੈਂਪਟਨ ਅਸੀਂ ਉਹ ਚੈੱਕ ਦਿੱਤੇ ਆ, ਤੇ ਉਹਦੇ ਨਾਲ ਉਹ ਗੁਰਦੁਆਰਾ ਆਪਣੇ ਗੁਰੂ ਆਪਣੇ ਟੈਕਨੀਕਲ ਕਾਲਜ ਜਿਹੜਾ ਬਣਨਾ ਸ਼ੁਰੂ ਹੋਇਆ। ਸਪੈਸ਼ਲੀ ਮੈਂ ਜਾ ਕੇ ਉੱਥੇ ਇੱਕ ਅਖੰਡ ਪਾਠ ਰਖਾਇਆ, ਜਿਹੜੇ ਲੋਕ ਆਪਣੇ ਘਰਾਂ 'ਚ ਜਾਂ ਪਿੰਡਾਂ 'ਚ ਰਖਾਉਂਦੇ ਆ, ਤਾਂ ਮੈਨੂੰ ਉਹ ਲੱਗਦਾ ਸੀ ਕਿ ਸਾਡੀਆਂ ਧੀਆਂ ਇੱਥੇ ਪੜ੍ਹਨਗੀਆਂ, ਮੈਂ ਅਖੰਡ ਪਾਠ ਹੀ ਇੱਥੇ ਕਰਾਉਣਾ। ਸਮੁੱਚੀ ਸੰਗਤ ਉੱਥੇ ਇਕੱਠੀ ਹੋਈ, ਇਹ ਨਹੀਂ ਵੀ ਸਿਰਫ ਰਵਿਦਾਸੀਆ ਹੀ ਹੋਏ, ਸਾਰੇ ਲੋਕ ਸਾਰੀ ਸੰਗਤਾਂ ਉੱਥੇ ਇਕੱਠੀਆਂ ਹੋ ਕੇ ਬਹੁਤ ਹੁਮ ਹਮਾ ਕੇ ਉਹ ਪ੍ਰੋਗਰਾਮ ਉਸ ਆਪਣੇ ਅਖੰਡ ਪਾਠ ਦਾ ਕੀਤਾ ਗਿਆ। ਤੇ ਸਰਦਾਰ ਬੇਅੰਤ ਸਿੰਘ ਆਏ, ਹੋਰ ਸਾਰੇ ਕੀਰਤਨਕਾਰ ਆਏ, ਸਕਾਲਰ ਆਏ, ਤੇ ਉਹ ਪ੍ਰੋਗਰਾਮ ਉਦੋਂ ਉੱਥੇ ਜਾ ਕੇ ਕੀਤਾ। ਸੋ ਉਹ ਕਾਲਜ ਬੱਚਿਆਂ ਲਈ, ਲੜਕੀਆਂ ਲਈ ਅੱਜ ਜਿਹੜਾ ਚੱਲਦਾ ਆ, ਉੱਥੇ ਤਰ੍ਹਾਂ ਦੇ ਟੈਕਨੀਕਲ ਉੱਥੇ ਐਜੂਕੇਸ਼ਨ ਦਿੱਤੀ ਜਾਂਦੀ ਆ, ਤੇ ਜਿਹੜੇ ਸਾਡੇ ਇਲਾਕਾ ਆ ਸਾਰਾ ਹੀ ਇਸ ਲਈ ਬੈਨੀਫਿਟਡ ਆ, ਉਹ ਬੱਚਿਆਂ ਲਈ, ਧੀਆਂ ਲਈ, ਕੁੜੀਆਂ ਲਈ। ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਤੁਸੀਂ ਗੁਰੂ ਮਹਾਰਾਜ ਦੇ ਜਿਹੜਾ ਸੰਕਲਪ ਹੈ, ਵਿਚਾਰਧਾਰਾ ਆ, ਉਹਨੂੰ ਤੁਸੀਂ ਅੱਗੇ ਤੋਰਿਆ, ਪ੍ਰੈਕਟੀਕਲ ਸ਼ੇਪ ਦਿੱਤੀ। ਉੱਥੇ ਬਿਨਾਂ ਕਿਸੇ ਭੇਦਭਾਵ ਤੋਂ ਵੀ ਕਿਹੜੀ ਕਮਿਊਨਿਟੀ ਦੀਆਂ ਬੱਚੀਆਂ ਉੱਥੇ ਟ੍ਰੇਨਿੰਗ ਲੈ ਰਹੀਆਂ, ਤੁਸੀਂ ਉਸ ਗੱਲ ਨੂੰ ਬਤੌਰ ਜਨਰਲ ਸੈਕਟਰੀ ਕੰਮ ਕਰਦਿਆਂ ਤੁਸੀਂ ਇਹ ਮਹਿਸੂਸ ਕੀਤਾ ਤੇ ਉਹ ਇੱਕ ਪ੍ਰੋਜੈਕਟ ਚਲਾਇਆ। ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਮੇਰੇ ਦਰਸ਼ਕੋ, ਸਮਾਂ ਪ੍ਰੋਗਰਾਮ ਦਾ ਖਤਮ ਹੋ ਰਿਹਾ ਹੈ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਆਪ ਜੀ ਨੂੰ। ਜਿੱਥੇ ਇਹ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਅਸੀਂ ਭਾਵੇਂ ਰਵਿਦਾਸੀਆ ਭਾਈਚਾਰੇ 'ਚੋਂ ਕਹਿ ਲਈਏ, ਚਾਹੇ ਅਸੀਂ ਰਵਿਦਾਸੀਆ ਕਮਿਊਨਿਟੀ